वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 293। ਪੰਜਾਬ ਦੀ ਮੰਦੀ ਹਾਲਤ। ਨਾਦਰ ਸ਼ਾਹ ਦੇ ਹਮਲੇ ਨੇ ਲਾਹੌਰ ਅਤੇ ਦਿੱਲੀ ਸਰਕਾਰ ਦਾ ਪ੍ਰਬੰਧ ਤਹਿਸ ਨਹਿਸ ਕਰ ਦਿੱਤਾ ਸੀ। ਲਾਹੌਰ ਸਰਕਾਰ ਦੀ ਹਾਲਤ ਬਹੁਤ ਮੰਦੀ ਹੋ ਗਈ। ਸਾਰਾ ਦੇਸ਼ ਉਜੜ ਗਿਆ। ਜ਼ਕਰੀਆ ਖਾਂ ਨੇ ਨਾਦਰ ਨਾਲ ਮਾਮੂਲੀ ਜਿਹੀ ਟੱਕਰ ਲਈ ਸੀ, ਜਿਸ ਵਿੱਚ ਉਸ ਦੀਆਂ ਫੌਜਾਂ ਬੁਰੀ ਤਰ੍ਹਾਂ ਪਛਾੜੀਆਂ ਗਈਆਂ। ਅਧੀਨਗੀ ਪ੍ਰਵਾਨ ਕਰ ਲੈਣ ਅਤੇ ਨਾਦਰ ਸ਼ਾਹ ਨੇ ਬਹੁਤ ਸਾਰਾ ਤਵਾਣ ਪਾ ਦਿੱਤਾ, ਜਿਸ ਨਾਲ ਲਾਹੌਰ ਦਰਬਾਰ ਦਾ ਸਾਰਾ ਖਜ਼ਾਨਾ ਖਾਲੀ ਹੋ ਗਿਆ। ਪ੍ਰਬੰਧ ਵਿਗੜ ਗਿਆ। ਮੁਲਕ ਉਜੜ ਪੁਜੜ ਗਿਆ। ਮਾਲੀਆ ਕਿੱਥੋਂ ਤਰੇ। ਲੋਕ ਘਰ ਛੱਡ ਛੱਡ ਕੇ ਭੱਜਣ ਲੱਗੇ। ਫੌਜ ਨੂੰ ਬੜੀ ਦੇਰ ਤੋਂ ਤਨਖਾਹ ਨਹੀਂ ਸੀ ਤਰੀ। ਜਦ ਤਨਖਾਹ ਮੰਗੀ, ਖਜ਼ਾਨਾ ਖਾਲੀ ਸੀ, ਜੋ ਦੀਵਾਨ ਲਖਪਤ ਨਾ ਦੇ ਸਕਿਆ। ਖਾਨ ਬਹਾਦਰ ਨੇ ਲਖਪਤ ਨੂੰ ਕੈਦ ਕਰ ਲਿਆ। ਉਸ ਦੇ ਭਰਾ ਜਸਪਤ ਰਾਏ ਨੇ ਤਨਖਾਹ ਆਪਣੇ ਕੋਲੋਂ ਤਾਰ ਕੇ ਭਰਾ ਨੂੰ ਛੁਡਾ ਲਿਆ। ਫਿਰ ਦੋਹਾਂ ਭਰਾਵਾਂ ਖਾਨ ਬਹਾਦਰ ਦੇ ਹੁਕਮ ਨਾਲ ਜ਼ਿਮੀਂਦਾਰਾਂ ਅਤੇ ਚੌਧਰੀਆਂ ਤੋਂ ਬੜੀ ਸਖਤੀ ਨਾਲ ਮਾਲਗੁਜ਼ਾਰੀ ਵਸੂਲੀ ਕੀਤੀ। ਜ਼ਿਮੀਂਦਾਰਾਂ ਅਤੇ ਚੌਧਰੀਆਂ ਨੇ ਅੱਗੇ ਰਿਆਇਆਂ ਦੀ ਸੰਘੀ ਜਾ ਨੱਪੀ। ਜਲੰਧਰ ਦੁਆਬੇ ਦਾ ਵੀ ਬੁਰਾ ਹਾਲ। ਜੋ ਲਾਹੌਰ ਸਰਕਾਰ ਦੀ ਹਾਲਤ, ਸੋ ਜਲੰਧਰ ਦੁਆਬੇ ਦੀ। ਇੱਥੋਂ ਦਾ ਹਾਕਮ ਅਦੀਨਾ ਬੇਗ ਸੀ ਅਤੇ ਮਾਮਲਾ ਇਸ ਪਾਸੋਂ ਵੀ ਨਹੀਂ ਸੀ ਤਰਿਆ, ਸੋ ਉਸ ਨੂੰ ਅਤੇ ਉਸ ਦੇ ਦੀਵਾਨ ਭਵਾਨੀ ਦਾਸ ਨੂੰ ਕੈਦ ਕਰ ਦਿੱਤਾ ਗਿਆ। ਅਦੀਨਾ ਬੇਗ ਤਾਂ ਕਿਸੇ ਨਾ ਕਿਸੇ ਢੰਗ ਨਾਲ ਕੈਦ ਵਿੱਚੋਂ ਨੱਸ ਗਿਆ ਅਤੇ ਭਵਾਨੀ ਦਾਸ ਨੂੰ ਦੇਗ ਵਿੱਚ ਉਬਾਲਿਆ ਗਿਆ। ਜਸਪਤ ਰਾਏ ਦੀ ਅਦੀਨਾ ਬੇਗ ਨਾਲ ਗਾੜੀ ਛਣਦੀ ਸੀ, ਸੋ ਲਖਪਤ ਰਾਏ ਦੇ ਕਹਿਣ ਤੇ ਭਵਾਨੀ ਦਾਸ ਦੀ ਬੰਦ ਖਲਾਸ ਹੋਈ ਅਤੇ ਫਿਰ ਅਦੀਨਾ ਬੇਗ ਦੇ ਵਾਅਦਾ ਕਰਨ ਤੇ ਕਿ ਮਾਮਲਾ ਜਲਦੀ ਹੀ ਜਮ੍ਹਾਂ ਕਰਾ ਦੇਵਾਂਗਾ, ਉਸ ਨੂੰ ਮੁੜ ਉਸ ਦੇ ਪਹਿਲੇ ਅਹੁਦੇ ਤੇ ਬਹਾਲ ਕਰ ਦਿੱਤਾ ਸੀ। ਦੋਹਾਂ ਸਰਕਾਰਾਂ ਦਾ ਪ੍ਰਬੰਧ ਆਹਿਸਤਾ ਮੁੜ ਸੁਧਰਨ ਲੱਗਾ। ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਸਖਤ ਮਨਾਹੀ। ਮੱਸੇ ਰੰਗੜ ਦੇ ਕਤਲ ਕਾਰਨ ਜ਼ਕਰੀਆ ਖਾਂ ਬੁਰੀ ਤਰ੍ਹਾਂ ਤੜਫ ਰਿਹਾ ਸੀ। ਕ੍ਰੋਧ ਵਿੱਚ ਸੜ ਬਲ ਰਿਹਾ ਸੀ ਕਿ ਕਰੇ ਤਾਂ ਕੀ ਕਰੇ। ਬਿਲਕੁਲ ਓਸ਼ੇ ਹਥਿਆਰਾਂ ਤੇ ਆ ਗਿਆ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਉੱਤੇ ਸਖਤ ਪਹਿਰਾ ਲਾ ਦਿੱਤਾ। ਦਰਬਾਰ ਸਾਹਿਬ ਦੁਆਲੇ ਵੀ ਪਹਿਰੇ ਬਿਠਾ ਦਿੱਤੇ ਕਿ ਕੋਈ ਸਿੱਖ ਲਾਗੇ ਨਾ ਢੁੱਕੇ, ਨਾ ਮੱਥਾ ਟੇਕੇ, ਨਾ ਇਸ਼ਨਾਨ ਕਰੇ। ਪਹਿਰੇ ਤਾਂ ਪਹਿਲਾਂ ਹੀ ਲੱਗੇ ਹੋਏ ਸਨ, ਪਰ ਇਸ ਕਤਲ ਪਿੱਛੋਂ ਤਾਂ ਹੋਰ ਵੀ ਸਖਤ ਕਰੜਾਈ ਹੋ ਗਈ। ਸਿੱਖਾਂ ਨੂੰ ਦਰਬਾਰ ਸਾਹਿਬ ਨਾਲੋਂ ਕੌਣ ਤੋੜ ਸਕਦਾ। ਭਾਵੇਂ ਇੱਥੇ ਆਉਣਾ ਜਾਨ ਗਵਾਉਣ ਵਾਲੀ ਗੱਲ ਸੀ, ਫੇਰ ਵੀ ਅਨੇਕਾਂ ਸਿੱਦਕੀ ਸਿੱਖ ਰਾਤ ਬਰਾਤੇ ਆਉਂਦੇ ਅਤੇ ਇਸ਼ਨਾਨ ਕਰਕੇ ਜੰਗਲ ਵੱਲ ਭੱਜ ਜਾਂਦੇ। ਕਈ ਸ਼ਾਹੀ ਫੌਜ ਦੇ ਘੇਰੇ ਵਿੱਚ ਆ ਕੇ ਉੱਥੇ ਹੀ ਸ਼ਹੀਦੀ ਪਾ ਜਾਂਦੇ। ਉਸ ਸਮੇਂ ਅੰਮ੍ਰਿਤਸਰ ਇਸ਼ਨਾਨ ਕਰਨਾ ਆਪਣੀ ਜਾਨ ਤੇ ਖੇਡਣ ਤੁਲ ਸੀ। ਭਾਈ ਸੁੱਖਾ ਸਿੰਘ ਅਤੇ ਉਸ ਜਿਹੇ ਜਬਾਜ਼ਾਂ ਨੇ ਇਹਨਾਂ ਪਹਿਰਿਆਂ ਦੇ ਵਿੱਚ ਦੀ ਲੰਘ ਕੇ ਇਸ਼ਨਾਨ ਕਰਦੇ ਅਤੇ ਜਾਣ ਲੱਗੇ ਜਕਾਰਾ ਛੱਡ ਕੇ ਜਾਂਦੇ ਕਿ ਆ ਜਾਓ ਪਾਜੀਓ, ਫੜ ਲਓ ਸਾਨੂੰ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ। ਸਰਦਾਰ ਸੁੱਖਾ ਸਿੰਘ ਨੇ ਤਾਂ ਕਈ ਵਾਰ ਸਣੇ ਕੇਸੀ ਇਸ਼ਨਾਨ ਕੀਤੇ, ਲਲਕਾਰ ਕੇ ਨਿਕਲ ਜਾਂਦਾ ਰਿਹਾ ਕਿ ਆਓ ਦੀਨ ਦੇ ਗਾਜੀਓ, ਕਰੋ ਹਿੰਮਤ, ਸਿੰਘ ਜਾ ਰਿਹਾ ਜੇ। ਅਜਿਹੀਆਂ ਦਿਲ ਵਿਧੀ ਦੀਆਂ ਖਬਰਾਂ ਸੁਣ ਕੇ ਚੌਧਰੀਆਂ ਅਤੇ ਚੁਗਲਾਂ ਉੱਤੇ ਖਾਨ ਬਹਾਦਰ ਵੱਲੋਂ ਬਹੁਤ ਜ਼ਿਆਦਾ ਸਖਤੀ ਹੋਣ ਲੱਗੀ ਕਿ ਤੁਸੀਂ ਜਾਣ ਬੁੱਝ ਕੇ ਸਿੰਘਾਂ ਨੂੰ ਫੜ ਆਉਂਦੇ ਨਹੀਂ। ਚੁਗਲਾਂ ਨੇ ਆਪਣੀ ਗੈਲ ਛੁਡਾਉਣ ਲਈ ਸਿੰਘਾਂ ਦੇ ਬਾਲ ਬੱਚੇ ਅਤੇ ਉਹ ਗੁਰਮੁਖ ਅਤੇ ਧਰਮੀ ਸਿੱਖ ਫੜਨੇ ਸ਼ੁਰੂ ਕਰ ਦਿੱਤੇ ਜੋ ਅਮਨ ਅਮਾਨ ਨਾਲ ਵਸਦੇ ਤੇ ਖੇਤੀਬਾੜੀ ਕਰਦੇ ਸਨ। ਕਿਸੇ ਨੇ ਕੀ ਪੁਣ ਛਾਣ ਕਰਨੀ ਸੀ, ਜੋ ਚੁਗਲਾਂ ਕਹਿ ਦਿੱਤਾ ਸੋ ਬਿਲਕੁਲ ਠੀਕ। ਇਸ ਤਰ੍ਹਾਂ ਅਨੇਕਾਂ ਧਰਮੀ ਸਿੰਘ ਬਿਨਾਂ ਕਸੂਰੋਂ ਹੀ ਲਾਹੌਰ ਫੜ ਮੰਗਵਾ ਕੇ ਸ਼ਹੀਦ ਕਰ ਦਿੱਤੇ ਗਏ। ਭਾਈ ਤਾਰੂ ਸਿੰਘ ਵਿਰੁੱਧ ਚੁਗਲੀ ਅਤੇ ਗ੍ਰਿਫਤਾਰੀ। ਬਹਾਦਰ ਸ਼ਾਹ ਦੇ ਵੇਲੇ ਸਿੰਘਾਂ ਦੇ ਕਤਲਾਮ ਦਾ ਫਰਮਾਨ ਜਾਰੀ ਹੋਇਆ ਸੀ। ਪਹਿਲਾਂ ਤਾਂ ਰਾਠ ਸਿੰਘ, ਜਿਨ੍ਹਾਂ ਹਕੂਮਤ ਵਿਰੁੱਧ ਹਥਿਆਰ ਚੁੱਕੇ ਹੋਏ ਸਨ, ਉੱਤੇ ਜ਼ਿਆਦਾ ਸਖਤੀ ਕੀਤੀ, ਪਰ ਇਹ ਰਾਠ ਸਿੰਘ ਕਿਸ ਦੇ ਕਾਬੂ ਆਉਣ ਵਾਲੇ ਸਨ। ਜਦ ਸਰਕਾਰ ਦੇ ਸੂਈਆਂ ਵੇਖਿਆ ਕਿ ਰਾਤ ਬਰਾਤੇ ਲੁਕ ਛਪਾ ਕੇ ਵਾਹੀਵਾਨ ਧਰਮੀ ਸਿੱਖ ਇਹਨਾਂ ਸਿੰਘਾਂ ਨੂੰ ਅੰਨ ਪਾਣੀ ਛਕਾ ਦਿੰਦੇ ਹਨ, ਤਾਂ ਸਰਕਾਰ ਨੇ ਵੀ ਕੰਨ ਖੜੇ ਕਰ ਲਏ। ਫਿਰ ਸ਼ਾਹੀ ਇਸ਼ਤਿਹਾਰਾਂ ਵਿੱਚ ਇਹ ਕੱਢਿਆ ਗਿਆ ਕਿ ਜੋ ਕੋਈ ਕਿਸੇ ਸਿੰਘ ਦੀ ਅੰਨ ਪਾਣੀ ਨਾਲ ਟਹਿਲ ਸੇਵਾ ਕਰੇਗਾ, ਮੌਤ ਦੀ ਸਜ਼ਾ ਦਾ ਭਾਗੀ ਬਣੇਗਾ।
ਉਸ ਦਾ ਸਭ ਘਰ ਘਾਟ ਵੀ ਜ਼ਬਤ ਕਰ ਲਿਆ ਜਾਵੇਗਾ। ਇਸੇ ਕਾਰਨ ਜੰਡਿਆਲੇ ਵਾਲੇ ਹਰਭਗਤ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਜੀ ਵਿਰੁੱਧ ਲਾਹੌਰ ਪੁੱਜ ਕੇ ਖਾਨ ਬਹਾਦਰ ਪਾਸ ਜਾ ਲੂਤੀ ਫੂਕੀ। ਭਾਈ ਸਾਹਿਬ ਪਿੰਡ ਪੂਲਾ ਦਾ ਵਸਨੀਕ ਸੀ। ਭਾਈ ਤਾਰੂ ਸਿੰਘ ਬੜਾ ਭਜਨੀਕ, ਸ਼ਾਂਤ ਚਿੱਤ ਅਤੇ ਸਿਦਕੀ ਸਿੱਖ ਸੀ। ਉਹ ਆਪਣੀ ਜ਼ਮੀਨ ਵਿੱਚ ਹੱਥੀਂ ਵਾਹੀ ਕਰਦਾ ਅਤੇ ਆਪਣੀ ਇਸ ਨੇਕ ਕਮਾਈ ਵਿੱਚੋਂ ਆਏ ਗਏ ਦੀ ਟਹਿਲ ਸੇਵਾ ਕਰਦਾ। ਜੇ ਪਤਾ ਲੱਗੇ ਤਾਂ ਉਹ ਜੰਗਲ ਵਿੱਚ ਜਾ ਕੇ ਰਾਠ ਸਿੰਘਾਂ ਨੂੰ ਵੀ ਪ੍ਰਸ਼ਾਦਾ ਛਕਾਉਂਦਾ। ਹਰਭਜਨ ਨਿਰੰਜਨੀਏ ਨੇ ਭਾਈ ਤਾਰੂ ਸਿੰਘ ਦੇ ਵਿਰੁੱਧ ਖਾਨ ਬਹਾਦਰ ਪਾਸ ਚੁਗਲੀ ਕਰਕੇ ਖੂਬ ਭੜਕਾਇਆ ਕਿ ਉਹ ਬਾਗੀ ਸਿੰਘਾਂ ਦੀਆਂ ਢਾਣੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਅਤੇ ਮੁਸਲਮਾਨਾਂ ਦੇ ਝੁੱਗੇ ਬਣਵਾਉਂਦਾ ਹੈ। ਇਹ ਸਰਕਾਰ ਦਾ ਡਰ ਬਿਲਕੁਲ ਨਹੀਂ ਮੰਨਦਾ। ਬਹੁਤ ਖਤਰਨਾਕ ਆਦਮੀ ਹੈ ਅਤੇ ਇਸ ਦਾ ਕੋਈ ਛੇਤੀ ਹੀ ਬੰਦੋਬਸਤ ਹੋਣਾ ਚਾਹੀਦਾ ਹੈ। ਉਸ ਦੀ ਗ੍ਰਿਫਤਾਰੀ ਦਾ ਫੌਰਨ ਹੁਕਮ ਜਾਰੀ ਹੋ ਗਿਆ। ਲਾਹੌਰੋਂ ਪੁਲਿਸ ਚੜ੍ਹ ਪਈ ਅਤੇ ਭਾਈ ਸਾਹਿਬ ਨੂੰ ਪਿੰਡੋਂ ਫੜ ਕੇ ਲਾਹੌਰ ਨੂੰ ਲੈ ਤੁਰੀ। ਰਾਤ ਉਹ ਪੜਾਣੇ ਰਹੇ। ਪੜਾਣੇ ਦੇ ਸਿੱਖਾਂ ਨੇ ਵੱਡੀ ਦੇ ਕੇ ਪ੍ਰਸ਼ਾਦਾ ਛਕਾਉਣ ਦੇ ਪੱਜ ਭਾਈ ਸਾਹਿਬ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ। ਉਹਨਾਂ ਪੁਲਿਸ ਪਾਸੋਂ ਭਾਈ ਸਾਹਿਬ ਨੂੰ ਜ਼ਬਰਦਸਤੀ ਛੁਡਾ ਲੈਣ ਦਾ ਇਰਾਦਾ ਪ੍ਰਗਟ ਕੀਤਾ, ਪਰ ਉਹ ਨਾ ਮੰਨੇ ਅਤੇ ਸਖਤੀ ਨਾਲ ਮਨਾ ਕਰ ਦਿੱਤਾ ਕਿ ਇਸ ਤਰ੍ਹਾਂ ਕਰਨ ਨਾਲ ਪੜਾਣੀਏ ਸਿੱਖਾਂ ਦੇ ਸਿਰਾਂ ਦੇ ਸਰਕਾਰ ਦੇ ਕਹਿਰ ਦਾ ਪਹਾੜ ਟੁੱਟ ਪੈਣ ਦਾ ਡਰ ਹੈ। ਉਹਨਾਂ ਕਿਹਾ ਕਿ ਇੱਕ ਨਿਗੂਣੀ ਜਾਨ ਬਦਲੇ ਇੰਨਿਆਂ ਦੇ ਸਿਰ ਮੁਸੀਬਤ, ਮਰਨਾ ਤਾਂ ਫਿਰ ਵੀ ਹੈ, ਹੁਣ ਵੀ ਕਿਉਂ ਨਾ ਜ਼ਾਲਮਾਂ ਦੇ ਲੇਖੇ ਲੱਗ ਜਾਵਾਂ। ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਦਿਲਾਸਾ ਤੇ ਭਾਣਾ ਮੰਨਣ ਦਾ ਉਪਦੇਸ਼ ਦੇ ਕੇ ਵਾਪਸ ਘਰਾਂ ਨੂੰ ਮੋੜ ਦਿੱਤਾ। ਭਾਈ ਤਾਰੂ ਸਿੰਘ ਦੀ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੇਸ਼ੀ। ਅਗਲੇ ਦਿਨ ਪੁਲਿਸ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਲਾਹੌਰ ਪੁੱਜੀ ਅਤੇ ਕਚਹਿਰੀ ਵਿੱਚ ਖਾਨ ਬਹਾਦਰ ਦੇ ਪੇਸ਼ ਜਾ ਕੀਤਾ। ਸਿੰਘਾਂ ਨੇ ਗੱਜ ਕੇ ਫਤਿਹ ਬੁਲਾਈ। ਗਵਰਨਰ ਤਾਂ ਤੜਫ ਉੱਠਿਆ। ਦਰਬਾਰੀ ਅਮੀਰਾਂ ਅਤੇ ਸਲਾਹਕਾਰਾਂ ਵੀ ਵੱਟ ਖਾਧਾ, ਪਰ ਕਾਜੀ ਸ਼ਾਹ ਨੇ ਮੁਫਤੀ ਤਾਂ ਸੜ ਬਲ ਕੇ ਕੋਲਾ ਹੀ ਹੋ ਗਏ। ਤੌਬਾ ਤੌਬਾ, ਲਾ ਹਵਲ ਵਿਲਾ ਕੁਵਤ। ਇਸਲਾਮੀ ਹਕੂਮਤ ਦੇ ਦਰਬਾਰ ਵਿੱਚ ਸਿੱਖ ਬਾਗੀ ਨੂੰ ਇੰਨੀ ਜੁਰਅਤ ਕਿ ਬੇਧੜਕ ਹੋ ਕੇ ਕੁਫਰ ਦੇ ਕਲਮੇ ਬੋਲੇ। ਇਹ ਮੁਗਲ ਦਰਬਾਰ ਅਤੇ ਇਸਲਾਮ ਦੀ ਬੜੀ ਵੱਡੀ ਤੋਹੀਨ ਹੈ। ਇਸ ਜ਼ੁਲਮ ਦੀ ਘੱਟੋ ਘੱਟ ਸਜ਼ਾ ਮੌਤ ਹੋਣੀ ਚਾਹੀਦੀ ਹੈ। ਇਹ ਸਿੱਧਾ ਬਗਾਵਤ ਦਾ ਨਾਅਰਾ ਹੈ। ਇਸ ਦੇ ਹੋਰ ਜ਼ੁਲਮਾਂ ਦੀ ਪੜਤਾਲ ਤਸਦੀਕ ਕਰਨ ਦੀ ਲੋੜ ਨਹੀਂ। ਮੁਲਾ ਨੇ ਭੱਬ ਕੇ ਅਤੇ ਨਵਾਬ ਨੂੰ ਭੜਕਾਇਆ। ਖਾਨ ਬਹਾਦਰ ਨੂੰ ਹੋਰ ਕ੍ਰੋਧ ਆਇਆ ਅਤੇ ਬੋਲਿਆ, ਤਾਰੂ ਸਿੰਘ, ਤੇਰੇ ਜ਼ੁਲਮਾਂ ਦੀ ਪੰਡ ਪਹਿਲਾਂ ਹੀ ਬਹੁਤ ਭਾਰੀ ਹੈ। ਕੁਫਰ ਬੋਲ ਕੇ ਇਸ ਨੂੰ ਹੋਰ ਭਾਰਾ ਕਰਨ ਦੀ ਲੋੜ ਨਹੀਂ। ਕਾਫਿਰ ਅਤੇ ਸਰਕਾਰ ਦੇ ਬਾਗੀਆਂ ਦਾ ਮਦਦਗਾਰ, ਪੱਟੀ ਦੇ ਫੌਜਦਾਰ ਦਾ ਕਤਲ ਅਤੇ ਬੁਲਾਵੇ ਦਰਬਾਰ ਵਿੱਚ ਫਤਿਹ ਜ਼ੁਲਮ ਅਤੇ ਜ਼ੁਲਮ ਹੈ। ਮੌਤੋਂ ਬਚ ਨਿਕਲਣ ਦਾ ਤੇਰੇ ਪਾਸ ਕੋਈ ਰਾਹ? ਕੁਝ ਦੇਰ ਰੁਕ ਕੇ ਫਿਰ ਕਿਹਾ, ਹਾਂ, ਇਸਲਾਮ ਕਬੂਲ ਕਰਕੇ ਤੂੰ ਬਚ ਸਕਦਾ, ਨਹੀਂ ਤਾਂ ਮੌਤ ਲਈ ਤਿਆਰ ਰਹੋ। ਤਾਰੂ ਸਿੰਘ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਬਸ ਫਿਰ ਉਸੇ ਵਕਤ ਚਰਖੀ ਤੇ ਚੜ੍ਹਾ ਕੇ ਲਹੂ ਲੁਹਾਨ ਕਰ ਦਿੱਤਾ। ਪਰ ਸਿਦਕੀ ਸਿੱਖ ਆਪਣੇ ਧਰਮ ਤੇ ਅਟਲ ਰਿਹਾ। ਉਸ ਨੂੰ ਜੇਲ੍ਹ ਵਿੱਚ ਬੰਦ ਕਰਕੇ ਹੋਰ ਤਸੀਹੇ ਦੇਣ ਦਾ ਹੁਕਮ ਹੋਇਆ ਤਾਂ ਕਿ ਸਿੱਖ ਦਾ ਹੱਠ ਤੋੜ ਦਿੱਤਾ ਜਾਵੇ। ਅਗਲੀ ਪੇਸ਼ੀ ਤੱਕ ਇਹ ਜ਼ੁਲਮ ਜਾਰੀ ਰਿਹਾ। ਮਤਾਬ ਸਿੰਘ, ਦਿਆਲ ਸਿੰਘ ਅਤੇ ਗਰਜਾ ਸਿੰਘ ਦੀਆਂ ਸ਼ਹੀਦੀਆਂ। ਇੰਨੀ ਦਿਨੀ ਭਾਈ ਮਤਾਬ ਸਿੰਘ ਮੱਸੇ ਰੰਗੜ ਦਾ ਕਾਤਲ ਬੀਕਾਨੇਰ ਤੋਂ ਪੰਜਾਬ ਵੱਲ ਆਇਆ ਹੋਇਆ ਸੀ। ਉਸ ਨੂੰ ਨੱਥੇ ਖਹਿਰੇ ਦੇ ਮਾਰੇ ਜਾਣ ਅਤੇ ਰਾਏ ਸਿੰਘ ਦੇ ਘੋਰ ਘਾਇਲ ਹੋਣ ਦੀ ਖਬਰ ਮਿਲ ਚੁੱਕੀ ਸੀ। ਉਹ ਨੱਥੇ ਖਹਿਰੇ ਦੇ ਘਰ ਵਾਲਿਆਂ ਨੂੰ ਮਿਲ ਕੇ ਦਿਲਾਸਾ ਦੇਣਾ ਚਾਹੁੰਦਾ ਸੀ। ਰਾਜੀ ਹੋ ਰਹੇ ਪੁੱਤ ਨੂੰ ਵੇਖਣ ਦੀ ਖਾਹਿਸ਼ ਵੀ ਸੀ। ਜਦ ਇੱਧਰ ਆਇਆ ਤਾਂ ਭਗਤ ਨਿਰੰਜਨੀਏ ਨੂੰ ਪਤਾ ਲੱਗ ਗਿਆ। ਝੱਟ ਲਾਹੌਰ ਅੱਪੜ ਕੇ ਚੁਗਲੀ ਕੀਤੀ ਅਤੇ ਬਹੁਤ ਸਾਰੀ ਫੌਜ ਲੈ ਕੇ ਮਤਾਬ ਸਿੰਘ ਨੂੰ ਜਾ ਫੜਾਇਆ। ਜਦ ਉਸ ਨੂੰ ਖਾਨ ਬਹਾਦਰ ਦੇ ਪੇਸ਼ ਕੀਤਾ ਤਾਂ ਮੌਤ ਜਾਂ ਇਸਲਾਮ ਦਾ ਹੁਕਮ ਸੁਣਾ ਦਿੱਤਾ। ਜਿਹੜੇ ਪੈਦਾ ਹੀ ਦੇਸ਼ ਧਰਮ ਅਤੇ ਅਣਖ ਲਈ ਸ਼ਹੀਦ ਹੋਣ ਵਾਸਤੇ ਹੋਣ, ਉਹ ਕਦੋਂ ਧਰਮ ਤਿਆਗਦੇ ਹਨ? ਉਹ ਤਾਂ ਇਹੋ ਜਿਹੇ ਖੜੇ ਖਾਨ ਬਹਾਦਰ ਨੂੰ ਅਤੇ ਇਹਨਾਂ ਵੱਲੋਂ ਦਿੱਤੇ ਜਾਂਦੇ ਮੌਤ ਦੇ ਹੁਕਮਾਂ ਨੂੰ ਮੂਲੋਂ ਟਿੱਚ ਜਾਣਦੇ ਹਨ। ਮਤਾਬ ਸਿੰਘ ਨੇ ਗੱਜ ਕੇ ਕਿਹਾ, ਖਾਨ ਸਾਹਿਬ, ਇਹ ਮੌਤ ਦੇ ਡਰਾਵੇ ਕਿਸੇ ਹੋਰ ਨੂੰ ਦਿਓ। ਮੌਤ ਦਾ ਡਰ ਤੁਹਾਨੂੰ ਹੈ, ਸਾਨੂੰ ਨਹੀਂ। ਤੁਸੀਂ ਇਸਲਾਮੀ ਹੋ।
ਕੀ ਮੌਤੋਂ ਬਚੇ ਰਹੋਗੇ? ਕੀ ਪਹਿਲਾਂ ਕਿਸੇ ਸਿੰਘ ਨੇ ਮੌਤੋਂ ਡਰ ਕੇ ਇਸਲਾਮ ਕਬੂਲ ਕੀਤਾ ਹੈ ਜੋ ਮੈਂ ਕਰ ਲਊਂਗਾ? ਮੈਂ ਤੁਹਾਡੀ ਹਿਰਾਸਤ ਵਿੱਚ ਹਾਂ। ਭਿਆਨਕ ਤੋਂ ਭਿਆਨਕ ਤਰੀਕੇ ਨਾਲ ਮੌਤ ਦੇ ਕੇ ਆਪਣਾ ਜੀ ਠਾਰ ਲੈ, ਪਰ ਧਰਮ ਛੱਡਣ ਲਈ ਫੇਰ ਨਾ ਕਿਉ। ਇਸਲਾਮੋਂ ਇਨਕਾਰੀ ਹੋਣ ਤੇ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਸਰਦਾਰ ਦਿਆਲ ਸਿੰਘ ਸਹਿਸਰੇ ਪਿੰਡ ਵਾਲਾ ਅਤੇ ਗਰਜਾ ਸਿੰਘ ਵੀ ਕੈਦ ਕੀਤੇ ਹੋਏ ਸਨ। ਉਹਨਾਂ ਵੀ ਮੌਤ ਕਬੂਲੀ। ਸਰਦਾਰ ਦਿਆਲ ਸਿੰਘ ਚਰਖੀ ਅਤੇ ਗਰਜਾ ਸਿੰਘ ਨੂੰ ਸੂਲੀ ਚੜਾ ਕੇ ਸ਼ਹੀਦ ਕੀਤਾ ਗਿਆ। ਇਹਨਾਂ ਤਿੰਨਾਂ ਸਿੰਘਾਂ ਦੀ ਸ਼ਹਾਦਤ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਹੋਈ। ਭਾਈ ਤਾਰੂ ਸਿੰਘ ਦੀ ਫਿਰ ਪੇਸ਼ੀ। ਇਹਨਾਂ ਸ਼ਹਾਦਤ ਤੋਂ ਥੋੜਾ ਸਮਾਂ ਪਿੱਛੋਂ ਫਿਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ। ਇਸ ਵਾਰ ਫਤਿਹ ਬੁਲਾਉਣ ਅਤੇ ਸੂਬੇ ਨੇ ਕੋਈ ਕੌੜ ਨਹੀਂ ਬਣਾਈ। ਗੱਲਬਾਤ ਦਾ ਅੰਦਾਜ਼ ਬਦਲਿਆ। ਡਰ ਦੀ ਥਾਂ ਬਥੇਰੇ ਲਾਲਚ ਦਿੱਤੇ। ਸਿੰਘ ਚਟਾਨ ਵਾਂਗ ਅਟਲ ਰਿਹਾ। ਹਰ ਵਾਰ ਇਹੋ ਹੀ ਕਿਹਾ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ। ਸੂਬੇਦਾਰ ਅੱਕ ਗਿਆ ਅਤੇ ਗਰਮ ਹੋ ਕੇ ਬੋਲਿਆ, ਤਾਰੂ ਸਿੰਘਾ, ਮੈਂ ਤੇਰੇ ਸਿੱਖੀ ਅਤੇ ਕੇਸਾਂ ਦੀ ਰਟ ਬਹੁਤ ਸੁਣ ਲਈ ਹੈ। ਸਭ ਵੱਲ ਵਿੰਗ ਪਲ ਵਿੱਚ ਨਿਕਲ ਜਾਣਗੇ। ਤੂੰ ਜਿਸ ਸਿੱਖੀ ਅਤੇ ਕੇਸਾਂ ਤੇ ਇੰਨਾ ਮਾਣ ਕਰਦਾ, ਮੈਂ ਜੁੱਤੀਆਂ ਨਾਲ ਉਡਾ ਦਿਆਂਗਾ। ਅੱਗੋਂ ਸਿੰਘਾਂ ਨੇ ਵੀ ਰੋਹ ਨਾਲ ਗਰਜ ਕੇ ਉੱਤਰ ਦਿੱਤਾ, ਖਾਨ ਬਹਾਦਰ, ਧਿਆਨ ਨਾਲ ਗੱਲ ਸੁਣ। ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭ ਜਾਏਗੀ, ਪਰ ਯਾਦ ਰੱਖ, ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲੱਗ ਕੇ ਚੱਲਣਾ ਪਵੇਗਾ। ਭਾਈ ਤਾਰੂ ਸਿੰਘ ਦੀ ਖੋਪਰੀ ਲੋਹਾ ਦਿੱਤੀ। ਭਾਈ ਤਾਰੂ ਸਿੰਘ ਦੇ ਉੱਤਰ ਨੇ ਤਾਂ ਸੂਬੇਦਾਰ ਨੂੰ ਸੱਤੀ ਕੱਪੜੀ ਅੱਗ ਲਾ ਦਿੱਤੀ। ਉਸਨੇ ਹੁਕਮ ਦੇ ਕੇ ਮੋਚੀ ਕੋਲੋਂ ਸਣੇ ਕੇਸਾਂ ਤਾਰੂ ਸਿੰਘ ਦੀ ਖੋਪਰੀ ਲੋਹਾ ਦਿੱਤੀ। ਇਹ ਸਾਖਾ ਨਿਖਾਸ ਚੌਂਕ ਲਾਹੌਰ ਵਿਖੇ ਵੱਡੇ ਰੇਲਵੇ ਸਟੇਸ਼ਨ ਦੇ ਲਾਗੇ ਸੰਮਤ ਬਿਕਰਮੀ 1802 ਮੁਤਾਬਕ 1745 ਨੂੰ ਹੋਇਆ। ਭਾਈ ਸਾਹਿਬ ਤੇ ਅਸਹਿ ਜ਼ੁਲਮ ਢਾਇਆ ਗਿਆ। ਇਸ ਨੂੰ ਵੇਖ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਿਆ। ਨੇਕ ਦਿਲ ਮੁਸਲਮਾਨ ਵੀ ਤ੍ਰਹਿਮਾਣ ਕਰ ਉੱਠੇ। ਲਾਹੌਰ ਦੇ ਸਿੱਖਾਂ ਨੇ ਸੂਬੇ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏ। ਉਸ ਸਮੇਂ ਤੋਂ ਚੱਲੀ ਆ ਰਹੀ ਪ੍ਰਚਲਿਤ ਕਥਾ ਅਨੁਸਾਰ ਖੋਪਰਾ ਲਾਹੇ ਜਾਣ ਤੋਂ ਪਿੱਛੋਂ ਭਾਈ ਤਾਰੂ ਸਿੰਘ ਨੂੰ ਕਚਹਿਰੀ ਵਾਲੀ ਖਾਈ ਵਿੱਚ ਸੁਟਵਾ ਦਿੱਤਾ ਗਿਆ ਸੀ। ਇੱਥੇ ਲਾਹੌਰ ਦੇ ਸਿੱਖ ਭਾਈ ਸਾਹਿਬ ਨੂੰ ਚੁੱਕ ਕੇ ਲੈ ਗਏ ਸਨ। ਉਹਨਾਂ ਨੇ ਲੈ ਕੇ ਜਾ ਕੇ ਬਹੁਤ ਸੇਵਾ ਕੀਤੀ। ਭਾਈ ਸਾਹਿਬ ਇਸੇ ਹਾਲਤ ਵਿੱਚ 22 ਦਿਨ ਤੱਕ ਜਿੰਦਾ ਰਹੇ। ਉਹ ਹਰ ਵੇਲੇ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਅਤੇ ਵੇਖਣ ਆਏ ਲੋਕਾਂ ਨੂੰ ਇੰਝ ਮਹਿਸੂਸ ਕਰਵਾਉਂਦੇ ਜਿਵੇਂ ਉਹਨਾਂ ਨੂੰ ਹੋਇਆ ਹੀ ਕੁਝ ਨਹੀਂ। ਫਿਰ ਵੀ ਉਹਨਾਂ ਦੀ ਇਸ ਹਾਲਤ ਨੂੰ ਤੱਕ ਕੇ ਦਰਸ਼ਨ ਕਰਨ ਵਾਲਿਆਂ ਦੇ ਦੰਦ ਜੁੜ ਜਾਂਦੇ। ਜ਼ਕਰੀਆ ਖਾਨ ਦੀ ਪਿਸ਼ਾਬ ਦੇ ਬੰਨ ਕਾਰਨ ਮੰਦੀ ਹਾਲਤ। ਭਾਈ ਤਾਰੂ ਸਿੰਘ ਉੱਤੇ ਵਰਤਾਏ ਅਕਹਿ ਜ਼ੁਲਮ ਤੋਂ ਥੋੜੇ ਦਿਨ ਬਾਅਦ ਖਾਨ ਬਹਾਦਰ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਹਕੀਮਾਂ ਵੈਦਾਂ ਬੜਾ ਇਲਾਜ ਕੀਤਾ, ਪਰ ਕੋਈ ਆਰਾਮ ਨਾ ਆਇਆ ਅਤੇ ਨਵਾਬ ਡਾਢਾ ਲਾਚਾਰ ਹੋਇਆ। ਉਸਦੀ ਦੁਹਾਈ ਮਹਿਲਾਂ ਤੋਂ ਬਾਹਰ ਸੁਣੇ। ਉਸਦੇ ਦਿਲ ਤੇ ਪੱਥਰ ਦੀ ਲਕੀਰ ਵਾਂਗ ਇਹ ਗੱਲ ਬਹਿ ਗਈ ਕਿ ਇਹ ਸਭ ਕੁਝ ਭਾਈ ਤਾਰੂ ਸਿੰਘ ਉੱਤੇ ਕੀਤੇ ਜ਼ੁਲਮ ਅਤੇ ਉਸਦੇ ਸਰਾਪ ਦਾ ਨਤੀਜਾ ਹੈ। ਉਸਨੇ ਭਾਈ ਸੁਭੇਗ ਸਿੰਘ ਜੰਬਰਾ ਵਾਲੇ ਨੂੰ ਸੱਦ ਕੇ ਭਾਈ ਸਾਹਿਬ ਪਾਸ ਕਲਾਇਆ ਕਿ ਉਸਨੂੰ ਮਾਫੀ ਦੇ ਕੇ ਬਖਸ਼ਿਆ ਜਾਵੇ। ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੇ ਹੱਥੋਂ ਤੀਰ ਨਿਕਲ ਚੁੱਕਾ ਹੈ। ਖਾਲਸਾ ਪੰਥ ਹੀ ਸਮਰੱਥ ਅਤੇ ਬਖਸ਼ਣਹਾਰ ਹੈ। ਹੁਣ ਸ਼੍ਰੀ ਅੰਮ੍ਰਿਤਸਰ ਜਾਓ ਅਤੇ ਪੰਥ ਪਾਸ ਮੁਆਫੀ ਲਈ ਬੇਨਤੀ ਕਰੋ। ਸਰਦਾਰ ਸੁਭੇਗ ਸਿੰਘ ਜੀ ਖਾਨ ਬਹਾਦਰ ਵੱਲੋਂ ਨਜ਼ਰਾਨਾ ਲੈ ਕੇ ਅੰਮ੍ਰਿਤਸਰ ਸਾਹਿਬ ਪੁੱਜੇ। ਅੱਗੇ ਅਕਾਲ ਬੁੰਗੇ ਬੁੱਢੇ ਦਲ ਦਾ ਉਤਾਰਾ ਸੀ। ਸਰਦਾਰ ਸੁਭੇਗ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਸਾਰੀ ਗੱਲ ਦੱਸੀ ਅਤੇ ਖਾਨ ਬਹਾਦਰ ਨੂੰ ਬਖਸ਼ੇ ਜਾਣ ਲਈ ਬੇਨਤੀ ਕੀਤੀ। ਅੰਤ ਸਾਰੇ ਪੰਥ ਨੇ ਜੁੜ ਕੇ ਇਕਚਿਤ ਹੋ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਸਰਦਾਰ ਸੁਭੇਗ ਸਿੰਘ ਨੂੰ ਹੁਕਮ ਦਿੱਤਾ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਦਾ ਬਚਨ ਅਸਲੋਂ ਟਲੇਗਾ ਨਹੀਂ, ਪਰ ਭਾਈ ਤਾਰੂ ਸਿੰਘ ਦੀ ਜੁੱਤੀ ਖਾਨ ਬਹਾਦਰ ਦੇ ਸਿਰ ਵਿੱਚ ਮਾਰਨ ਨਾਲ ਪਿਸ਼ਾਬ ਖੁੱਲ੍ਹ ਕੇ ਆ ਜਾਵੇਗਾ। ਸੁਭੇਗ ਸਿੰਘ ਤੁਰੰਤ ਲਾਹੌਰ ਆ ਕੇ ਸਾਰੀ ਗੱਲ ਖਾਨ ਬਹਾਦਰ ਨੂੰ ਆਣ ਦੱਸੀ। ਉਹਨੇ ਇੰਨੇ ਨੂੰ ਹੀ ਆਪਣੀ ਖੁਸ਼ਨਸੀਬੀ ਸਮਝਿਆ। ਮਿੰਨਤ ਕਰਕੇ ਜੁੱਤੀ ਮੰਗਵਾਈ ਗਈ। ਜਿਉਂ-ਜਿਉਂ ਸਿੰਘ ਸਾਹਿਬ ਦੀ ਜੁੱਤੀ ਖਾਨ ਬਹਾਦਰ ਦੇ ਸਿਰ ਵਿੱਚ ਵੱਜਦੀ, ਤਿਉਂ-ਤਿਉਂ ਉਸਨੂੰ ਚੈਨ ਆਉਂਦਾ ਅਤੇ ਪਿਸ਼ਾਬ ਖੁੱਲ੍ਹ ਕੇ ਆ ਜਾਂਦਾ।
ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਖਾਨ ਬਹਾਦਰ ਦੀ ਮੌਤ। ਖਾਨ ਬਹਾਦਰ ਨੇ ਰੱਬ ਦਾ ਲੱਖ ਸ਼ੁਕਰਾਨਾ ਕੀਤਾ। ਖਾਨ ਨੇ ਸੰਭਾਲ ਕੇ ਜੁੱਤੀ ਪਾਸ ਹੀ ਰੱਖ ਲਈ। ਇਸ ਪਰਉਪਕਾਰ ਬਦਲੇ ਸਰਦਾਰ ਸੁਭੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਥਾਪ ਦਿੱਤਾ। ਉਸਨੇ ਪਹਿਲਾਂ ਇਹ ਕੰਮ ਕੀਤਾ ਕਿ ਚਰਖੀ, ਸੂਲੀ ਆਦਿ ਦੀਆਂ ਸਜ਼ਾਵਾਂ ਬਿਲਕੁਲ ਬੰਦ ਕਰਵਾ ਦਿੱਤੀਆਂ। ਬਦੋਸ਼ੇ ਫੜੇ ਹੋਏ ਸਿੱਖ ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤੇ। ਸ਼ਹਿਰ ਦੇ ਦਰਵਾਜ਼ਿਆਂ ਉੱਤੇ ਚਿਣੇ ਹੋਏ ਮੁਨਾਰਿਆਂ ਦੀ ਸ਼ਕਲ ਵਿੱਚ ਅਤੇ ਖੂਹਾਂ ਵਿੱਚ ਸੁੱਟੇ ਹੋਏ ਸਿੰਘਾਂ ਦੇ ਸਿਰ ਕਢਵਾ ਕੇ ਉਹਨਾਂ ਨੇ ਸੰਸਕਾਰ ਕਰਵਾਏ ਅਤੇ ਥਾਂ-ਥਾਂ ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ। ਬੇਗੁਨਾਹਾਂ ਅਤੇ ਮਾਸੂਮਾਂ ਉੱਤੇ ਮੁਲਾਣਿਆਂ ਵੱਲੋਂ ਤੁਖਣਾ ਦੇ ਦੇ ਕੇ ਢਾਇਆ ਜਾਂਦਾ ਜ਼ੁਲਮ ਰੋਕ ਦਿੱਤਾ। ਉਧਰ ਨਵਾਬ ਖਾਨ ਬਹਾਦਰ ਦੇ ਸਿਰ ਵਿੱਚ ਰੋਜ਼ ਜੁੱਤੀਆਂ ਦੀ ਵਿਛਾੜ ਹੋਵੇ। ਅੰਤ ਕਈ ਦਿਨ ਕੀਤੇ ਕੁਕਰਮਾਂ ਦਾ ਫਲ ਭੋਗ ਕੇ ਸੂਬੇਦਾਰ ਜ਼ਕਰੀਆ ਖਾਂ, ਜੋ ਦਿੱਲੀ ਦੇ ਤਖਤ ਪਾਸੋਂ ਪੰਜਾਬ ਦੀ ਸੂਬੇਦਾਰੀ ਇਸ ਵਾਅਦੇ ਤੇ ਲੈ ਕੇ ਆਇਆ ਸੀ ਕਿ ਪੰਜਾਬ ਦੀ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਰੱਖ ਦੇਵਾਂਗਾ, ਉਲਟਾ ਸਿੰਘ ਦੀਆਂ ਜੁੱਤੀਆਂ ਖਾਂਦਾ ਮਰਿਆ। ਉਸ ਦੀ ਮੌਤ 1 ਜੁਲਾਈ 1775 ਈਸਵੀ ਨੂੰ ਹੋਈ। ਖਾਨ ਬਹਾਦਰ ਦੇ ਮਰਨ ਦੀ ਖਬਰ ਜਦ ਭਾਈ ਤਾਰੂ ਸਿੰਘ ਨੂੰ ਪਹੁੰਚਾਈ ਤਾਂ ਉਹ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਸੰਸਾਰ ਨੂੰ ਫਤਿਹ ਗਜਾ ਗਏ। ਖਾਨ ਬਹਾਦਰ ਦੇ ਪੁੱਤਰਾਂ ਵਿੱਚ ਆਪਸੀ ਝਗੜਾ। ਜ਼ਕਰੀਆ ਖਾਨ ਖਾਨ ਬਹਾਦਰ ਸੂਬੇਦਾਰ ਲਾਹੌਰ 1 ਜੁਲਾਈ 1745 ਈਸਵੀ ਨੂੰ ਮਰਿਆ। ਇਸ ਦੇ 3 ਪੁੱਤ ਸਨ, ਯਹੀਆ ਖਾਨ, ਹਯਾਤੁੱਲਾ ਖਾਨ ਅਤੇ ਮੀਰ ਬਾਲੀ। ਤੀਜਾ ਤਾਂ ਸਾਈਂ ਲੋਕ ਕਿਸਮ ਦਾ ਸੀ। ਦੁਨਿਆਵੀ ਝੰਜਟਾਂ ਤੋਂ ਬਿਲਕੁਲ ਅਟੱਕ ਨਾ ਮੁੱਕਣ ਵਾਲੀ ਖਹਿਬਾਜ਼ੀ ਕਾਰਨ ਆਪਸ ਵਿੱਚ ਭਾਵੇਂ ਇਹਨਾਂ ਦਾ ਕੋਈ ਸਲੂਕ ਇਤਫਾਕ ਨਹੀਂ ਸੀ, ਆਪੋ ਆਪਣੇ ਹਿੱਤਾਂ ਲਈ ਇੱਕ ਦੂਜੇ ਦਾ ਨੁਕਸਾਨ ਕਰਨ ਲਈ ਬੁਰੇ ਦੇ ਘਰ ਤਾਈਂ ਵੀ ਜਾਂਦੇ, ਪਰ ਉਹ ਸਿੱਖਾਂ ਦੇ ਢਿੱਡੋਂ ਪੂਰੇ ਵੈਰੀ ਸਨ। ਇਹ ਤਿੰਨੇ ਕਰਮੂਦੀਨ ਖਾਂ ਵਜ਼ੀਰ ਦਿੱਲੀ ਦੇ ਭਣੇਵੇਂ ਲੱਗਦੇ ਸਨ। ਯਹੀਆ ਖਾਨ ਕਰਮੂਦੀਨ ਦਾ ਜਵਾਈ ਵੀ ਲੱਗਦਾ ਸੀ। ਇਸ ਵਾਸਤੇ ਘਰੋਗੀ ਅਤੇ ਰਾਜਸੀ ਤਾਕਤ ਹਾਸਿਲ ਕਰਨ ਲਈ ਵਜ਼ੀਰ ਯਹੀਆ ਖਾਨ ਦੀ ਮਦਦ ਵਧੇਰੇ ਕਰਦਾ ਸੀ। ਜ਼ਕਰੀਆ ਖਾਨ ਦੀ ਮੌਤ ਪਿੱਛੋਂ ਵਜ਼ੀਰ ਕਰਮੂਦੀਨ ਚਾਹੁੰਦਾ ਸੀ ਕਿ ਮੁਲਤਾਨ ਅਤੇ ਲਾਹੌਰ ਦੀ ਸੂਬੇਦਾਰੀ ਖਾਨ ਬਹਾਦਰ ਦੇ ਘਰਾਣੇ ਪਾਸ ਹੀ ਰਹੇ, ਪਰ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦਿਲੋਂ ਨਹੀਂ ਸੀ ਚਾਹੁੰਦਾ ਕਿ ਇਸ ਤਤਾਰੀ ਖਾਨਦਾਨ ਦੇ ਹੱਥਾਂ ਵਿੱਚ ਇੰਨੀ ਰਾਜਸੀ ਸ਼ਕਤੀ ਇਕੱਤਰਿਤ ਹੋ ਜਾਵੇ ਜੋ ਕਿਸੇ ਵੇਲੇ ਕੋਈ ਮੁਸ਼ਕਿਲ ਖੜੀ ਕਰ ਸਕੇ। ਜਦ ਵਜ਼ੀਰ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਯਹੀਆ ਖਾਨ ਨੂੰ ਲਾਹੌਰ ਦੀ ਸੂਬੇਦਾਰੀ ਅਤੇ ਮੁਲਤਾਨ ਦੀ ਸ਼ਾਹ ਨਵਾਜ਼ ਨੂੰ ਦਿੱਤੀ ਜਾਵੇ ਤਾਂ ਬਾਦਸ਼ਾਹ ਨੇ ਇਸ ਨੂੰ ਅਪ੍ਰਵਾਨ ਕਰ ਦਿੱਤਾ। ਮੁਲਤਾਨ ਉੱਤੇ ਪਹਿਲਾਂ ਹੀ ਸ਼ਾਹ ਨਵਾਜ਼ ਖਾਨ ਦਾ ਕਬਜ਼ਾ ਸੀ। ਰਹੀ ਗੱਲ ਯਹੀਆ ਖਾਨ ਦੀ, ਸੋ ਵਜ਼ੀਰ ਨੇ ਉਸਨੂੰ ਖੁਫੀਆ ਤੌਰ ਤੇ ਕਿਹਾ ਕਿ ਲਾਹੌਰ ਉੱਤੇ ਉਹ ਕਬਜ਼ਾ ਕਰ ਲਵੇ। ਯਹੀਆ ਖਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਖਾਨ ਬਹਾਦਰ ਦੇ ਮਰਨ ਪਿੱਛੋਂ ਉਸ ਦਾ ਨਾਇਬ ਮੋਮਨ ਖਾਂ ਕਸੂਰੀਆ ਹੀ ਕੰਮ ਚਲਾਉਂਦਾ ਰਿਹਾ। ਦੋਹਾਂ ਭਰਾਵਾਂ ਵਿੱਚ ਟੱਕਰ। ਯਹੀਆ ਖਾਨ ਨੇ ਲਾਹੌਰ ਦੀ ਸੂਬੇਦਾਰੀ ਦੀ ਸਨਦ ਬਾਦਸ਼ਾਹ ਤੋਂ ਲਏ ਬਿਨਾਂ ਹੀ ਲਾਹੌਰ ਤੇ ਕਬਜ਼ਾ ਕਰ ਲਿਆ ਅਤੇ ਇਸ ਤਰ੍ਹਾਂ ਆਪਣੇ ਆਪ ਖਾਨ ਬਹਾਦਰ ਦੀ ਸਾਰੀ ਜਾਇਦਾਦ ਦਾ ਇਕੱਲਾ ਹੀ ਮਾਲਕ ਬਣ ਬੈਠਾ। ਸ਼ਾਹ ਨਵਾਜ਼ ਦੀ ਹੱਕ ਤਲਫੀ ਹੋਈ ਸੀ ਅਤੇ ਉਸਨੂੰ ਗੁੱਸਾ ਆਉਣਾ ਕੁਦਰਤੀ ਗੱਲ ਸੀ। ਉਹ ਇੱਕ ਤਕੜੀ ਫੌਜ ਲੈ ਕੇ ਲਾਹੌਰ ਤੇ ਚੜ੍ਹ ਆਇਆ ਅਤੇ ਦੋਵਾਂ ਫੌਜਾਂ ਆਮੋ ਸਾਹਮਣੇ ਡਟ ਗਈਆਂ। ਕਿਸੇ ਵੇਲੇ ਵੀ ਲੜਾਈ ਹੋ ਸਕਦੀ ਸੀ। ਆਖਰ ਕੁਝ ਹਤੈਸ਼ੀ ਅਤੇ ਪਤਵੰਤਿਆਂ ਨੇ ਵਿੱਚ ਪੈ ਕੇ ਦੋਹਾਂ ਭਰਾਵਾਂ ਵਿੱਚ ਸੁਲ੍ਹਾ ਕਰਾ ਦਿੱਤੀ। ਯਹੀਆ ਖਾਨ ਨੇ ਬਾਪ ਦੀ ਜਾਇਦਾਦ ਵਿੱਚੋਂ ਹਿੱਸੇ ਆਉਂਦੇ ਜਵਾਹਰਾਤ ਅਤੇ ਨਗਦੀ ਨਾਵਾਂ ਸ਼ਾਹ ਨਵਾਜ਼ ਨੂੰ ਦੇ ਦਿੱਤਾ ਅਤੇ ਸ਼ਾਹ ਨਵਾਜ਼ ਨੇ ਦੁਆਬਾ ਜਲੰਧਰ ਦੀ ਫੌਜਦਾਰੀ ਜੋ ਉਸਨੂੰ ਖਾਨ ਬਹਾਦਰ ਨੇ ਦਿੱਤੀ ਹੋਈ ਸੀ ਦੇ ਹੱਕ ਤਿਆਗ ਦਿੱਤੇ। ਇਸ ਤੋਂ ਪਿੱਛੋਂ ਸ਼ਾਹ ਨਵਾਜ਼ ਵਾਪਸ ਮੁਲਤਾਨ ਚਲਾ ਗਿਆ। ਯਹੀਆ ਖਾਨ ਪੰਜਾਬ ਦਾ ਹਾਕਮ ਬਣਿਆ। ਵਜ਼ੀਰ ਕਰਮੂਦੀਨ ਹਰ ਢੰਗ ਨਾਲ ਆਪਣੇ ਜਵਾਈ ਯਹੀਆ ਖਾਨ ਨੂੰ ਲਾਹੌਰ ਦੀ ਸੂਬੇਦਾਰੀ ਦਿਵਾਉਣ ਤੇ ਤੁਲਿਆ ਹੋਇਆ ਸੀ। ਉਸਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਲਾਹੌਰ ਦੀ ਸੂਬੇਦਾਰੀ ਉਸ ਕਰਮੂਦੀਨ ਨੂੰ ਬਖਸ਼ੀ ਜਾਵੇ। ਬੇਨਤੀ ਬਾਦਸ਼ਾਹ ਨੇ ਪ੍ਰਵਾਨ ਕਰ ਲਈ। ਵਜ਼ੀਰ ਕਰਮੂਦੀਨ ਨੇ ਯਹੀਆ ਖਾਨ ਨੂੰ ਆਪਣਾ ਨਾਇਬ ਥਾਪ ਕੇ ਲਾਹੌਰ ਉਸ ਦੇ ਹਵਾਲੇ ਕਰ ਦਿੱਤਾ। ਇਹ ਫੈਸਲਾ 3 ਜਨਵਰੀ 1746 ਈਸਵੀ ਨੂੰ ਹੋਇਆ। ਇਸ ਤਰ੍ਹਾਂ ਲਾਹੌਰ 6 ਮਹੀਨੇ ਤੱਕ ਬਿਨਾਂ ਸੂਬੇਦਾਰ ਹੀ ਰਿਹਾ। ਮੋਮਨ ਖਾਂ ਤਾਂ ਡੰਗ ਟਪਾਊ ਸੀ। ਇਸ ਵਕਫੇ ਵਿੱਚ ਪੰਜਾਬ ਦੇ ਵਾਤਾਵਰਨ ਵਿੱਚ ਬਹੁਤ ਕੁਝ ਵਾਪਰਿਆ। ਸਿੰਘ ਫਿਰ ਮੱਝ ਵਿੱਚ ਦਿਸਣ ਲੱਗ ਪਏ।
ਸਰਕਾਰਾਂ ਜਦ ਆਪਣੇ ਅੰਦਰੂਨੀ ਝਮੇਲਿਆਂ ਵਿੱਚ ਫਸ ਜਾਣ ਤਾਂ ਵਿਰੋਧੀਆਂ ਦਾ ਸੋਹਣਾ ਦਾ ਫੱਬ ਜਾਂਦਾ ਹੈ। ਨਵਾਬ ਖਾਨ ਬਹਾਦਰ ਦੀ ਮੌਤ ਪਿੱਛੋਂ ਹਾਕਮਾਂ ਨੂੰ ਆਪਣੀ ਪਈ ਹੋਈ ਸੀ, ਸਰਕਾਰੀ ਪ੍ਰਬੰਧ ਨੂੰ ਕੌਣ ਸੰਭਾਲੇ। ਸੋ ਇਹ 6 ਮਹੀਨੇ ਸਿੰਘਾਂ ਲਈ ਬੜਾ ਲਾਹੇਵੰਦ ਸਮਾਂ ਸੀ। ਸਿੰਘਾਂ ਨੇ ਕਈ ਜਥੇ ਖਾਨ ਬਹਾਦਰ ਦੇ ਜਿਉਂਦਿਆਂ ਹੀ ਅੰਮ੍ਰਿਤਸਰ ਸਾਹਿਬ ਆ ਬਿਰਾਜੇ ਸਨ। ਫੌਜ ਵੀ ਲਾਗੇ ਨਹੀਂ ਸੀ ਢੁਕਦੀ। ਉਸ ਦੇ ਮਰਨ ਤੋਂ ਪਿੱਛੋਂ ਹਜ਼ਾਰਾਂ ਹੀ ਸਿੰਘ ਬੀਕਾਨੇਰ ਅਤੇ ਮਾਲਵੇ ਨੂੰ ਛੱਡ ਕੇ ਦਰਿਆ ਸਤਲੁਜ ਟੱਪ ਮਾਝੇ ਵਿੱਚ ਆਣ ਇਕੱਠੇ ਹੋਏ। 100 ਅਤੇ 200 ਦੇ ਜਥੇ ਬਣਾ ਕੇ ਪੰਜਾਬ ਵਿੱਚ ਖਿੱਲਰ ਗਏ ਅਤੇ ਲੱਗੇ ਮੱਲਾਂ ਮਾਰਨ। ਵਿਰੋਧੀਆਂ ਦੇ ਘਰ ਪਈ ਦਾ ਲਾਭ ਉਠਾ ਕੇ ਸਿੰਘਾਂ ਦੂਰ ਦੂਰ ਤੱਕ ਲੁੱਟਮਾਰ ਕੀਤੀ ਅਤੇ ਮਾਲਾ ਮਾਲ ਹੋ ਗਏ। ਇਸ 6 ਮਹੀਨਿਆਂ ਦੀ ਗੜਬੜ ਨੇ ਸਾਰਾ ਦੇਸ਼ ਦਰੜ ਫਰੜ ਕਰ ਦਿੱਤਾ। ਕੁਝ ਲੁੱਟਿਆ ਗਿਆ ਅਤੇ ਰਹਿੰਦੇ ਦਾ ਸਰਕਾਰ ਦੇ ਭਾਰੇ ਲਗਾਨ ਅਤੇ ਮਾਮਲੇ ਨੇ ਸਾਹ ਸੱਤ ਖਿੱਚ ਲਿਆ। ਮਾਝੇ ਦੇ ਜੱਟਾਂ ਵਾਸਤੇ ਹੁਣ 2 ਹੀ ਰਾਹ ਰਹਿ ਗਏ ਸਨ, ਜਾਂ ਤਾਂ ਉਹ ਪਸ਼ੂ ਡੰਗਰ ਅਤੇ ਹੋਰ ਮਾਸ ਅਸਬਾਬ ਵੇਚ ਵੱਟ ਕੇ ਸਰਕਾਰ ਦਾ ਮਾਮਲਾ ਪੂਰਾ ਕਰਨ ਅਤੇ ਆਪ ਭੁੱਖੇ ਮਰਨ, ਅਤੇ ਜਾਂ ਰਾਠ ਸਿੰਘਾਂ ਨਾਲ ਰਲ ਕੇ ਆਪ ਲੁੱਟਮਾਰ ਕਰਕੇ ਛਕਣ ਛਕਾਉਣ। ਸੋ ਉਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਖਾਸ ਕਰਕੇ ਗੱਭਰੂਆਂ ਨੇ ਸਿੰਘਾਂ ਨਾਲ ਰਲਣ ਵਾਲਾ ਰਾਹ ਹੀ ਫੜਿਆ। ਖੁੰਡਾਂ ਸੱਥਾਂ ਅਤੇ ਰਾਤ ਨੂੰ ਧੂਇਆਂ ਤੇ ਬਹਿ ਕੇ ਲੋਕ ਸਿੰਘਾਂ ਦੇ ਧਾੜਿਆਂ ਦੀਆਂ ਗੱਲਾਂ ਕਰਦੇ ਅਤੇ ਮੁਗਲ ਫੌਜਾਂ ਨਾਲ 2-2 ਹੱਥ ਕਰਨ ਦੇ ਸਾਕੇ ਸੁਣਦੇ ਤਾਂ ਉਹਨਾਂ ਨੂੰ ਇਹ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ। ਜਵਾਨੀ ਵਿੱਚ ਜ਼ੋਰ ਵਿਖਾਉਣ ਲਈ ਖਹਿਣ ਦਾ ਚਾਅ ਹੁੰਦਾ, ਕੁਝ ਕਰ ਗੁਜ਼ਰਨ ਲਈ ਅਤੇ ਖਤਰਿਆਂ ਨਾਲ ਖੇਡਣ ਲਈ ਦਿਲ ਉਛਲਦਾ। ਇਸ ਲਈ ਉਹਨਾਂ ਨੂੰ ਜਾਨ ਜੋਖਮ ਵਾਲਿਆਂ ਸੂਰਮਿਆਂ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਹਨ। ਸਿੰਘਾਂ ਨਾਲ ਰਲਣ ਵਾਸਤੇ ਕਿਹੜੀ ਸਰਕਾਰ ਮਨਜ਼ੂਰੀ ਦੀ ਲੋੜ ਸੀ। ਸਿਰਫ ਵਧੀਆ ਘੋੜਾ ਜਾਂ ਘੋੜੀ ਅਤੇ ਚੰਗਾ ਹਥਿਆਰ ਪਾਸ ਹੋਣਾ ਜ਼ਰੂਰੀ ਸੀ। ਜੋਸ਼ੀਲੇ ਗੱਭਰੂ ਘਰ ਦੀ ਜਾਂ ਪਿੰਡਾਂ ਚੋਂ ਕਿਸੇ ਦੀ ਘੋੜੀ ਭਜਾ ਕੇ, ਘਰੋਂ ਰੁਪਏ ਪੈਸੇ ਜਾਂ ਜੇਵਰ ਆਦਿ ਚੁਰਾ ਕੇ, ਤਲਵਾਰ ਬੰਦੂਕ ਅਤੇ ਕਈ ਹਾਲਤਾਂ ਵਿੱਚ ਘੋੜੀ ਖਰੀਦ ਕੇ ਸਿੰਘਾਂ ਦੇ ਜਥੇ ਵਿੱਚ ਜਾ ਰਲਦੇ ਅਤੇ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦੇ। ਇਸ ਵੇਲੇ ਸਿੱਖ ਸਰਦਾਰਾਂ ਦੇ ਜਥਿਆਂ ਵਿੱਚ ਸ਼ਾਮਿਲ ਸਿਪਾਹੀਆਂ ਨੂੰ ਕੋਈ ਬੱਝਵੀਂ ਤਨਖਾਹ ਨਹੀਂ ਸੀ ਮਿਲਦੀ। ਉਹਨਾਂ ਨੂੰ ਲੁੱਟ ਦੇ ਮਾਲ ਚੋਂ ਬਣਦਾ ਹਿੱਸਾ ਮਿਲਿਆ ਕਰਦਾ ਸੀ। ਜਦ ਕਿਤੇ ਬਹੁਤ ਜਥੇ ਮਿਲ ਕੇ ਕਿਸੇ ਵੱਡੇ ਸ਼ਿਕਾਰ ਤੇ ਪੈਂਦੇ ਤਾਂ ਇਹ ਹਰ ਇੱਕ ਸਰਦਾਰ ਨੂੰ ਲੁੱਟ ਮਾਰ ਦੇ ਮਾਲ ਚੋਂ ਉਸ ਦੇ ਸਿਪਾਹੀਆਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ ਅਤੇ ਉਹ ਇਸ ਮਿਲੇ ਹਿੱਸੇ ਨੂੰ ਅੱਗੇ ਆਪਣੇ ਸਿੱਖ ਸਿਪਾਹੀਆਂ ਵਿੱਚ ਵੰਡ ਦਿੰਦਾ। ਉਸ ਵੇਲੇ ਸਿੱਖ ਸਿਪਾਹੀਆਂ ਵਿੱਚ ਅਨੁਸ਼ਾਸਨ ਸੀ। ਜਥੇਬੰਦੀ ਨੂੰ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਵਾਸਤੇ ਹਰ ਇੱਕ ਸਿੱਖ ਆਪਣੇ ਜਥੇਦਾਰ ਦੀ ਤਾਬਿਆ ਵਿੱਚ ਰਹਿੰਦਾ, ਉਸ ਦੇ ਹੁਕਮ ਦੀ ਪਾਲਣਾ ਕਰਦਾ। ਬੇਸ਼ੱਕ ਜਾਨ ਵੀ ਚਲੀ ਜਾਵੇ। ਜਥੇਬੰਦਕ ਤੌਰ ਤੇ ਜਥੇਦਾਰ ਦਾ ਮਰਤਬਾ ਬਹੁਤ ਬੁਲੰਦ ਹੁੰਦਾ ਸੀ, ਪਰ ਹਾਂ ਸਮਾਜਿਕ ਅਤੇ ਧਾਰਮਿਕ ਪੱਖੋਂ ਹਰ ਸਿੱਖ ਦਾ ਦਰਜਾ ਇੱਕੋ ਜਿਹਾ ਹੁੰਦਾ ਸੀ। ਕੋਈ ਊਚ ਨੀਚ ਜਾਂ ਛੂਤ ਛਾਤ ਨਹੀਂ ਸੀ। ਹਰ ਕੋਈ ਇੱਕ ਦੂਸਰੇ ਦੇ ਸਾਹੀਂ ਜਿਉਂਦਾ ਸੀ। ਜੋ ਵੀ ਮਾਰ ਮਾਰਦੇ, ਵੰਡ ਕੇ ਛਕਦੇ, ਕੁਝ ਲੁਕਾ ਕੇ ਰੱਖ ਲੈਣਾ ਜਾਂ ਕੱਲ ਖੋਰੀ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਿੰਘਾਂ ਦੀ ਗਿਣਤੀ ਵਿੱਚ ਵਾਧਾ। ਸਿੰਘਾਂ ਦੇ ਵਿਰੁੱਧ ਅਬਦੁਲ ਸਮਦ ਖਾਂ, ਜ਼ਕਰੀਆ ਖਾਨ ਦਾ ਬਾਪ ਅਤੇ ਪੰਜਾਬ ਵਿੱਚ ਗਵਰਨਰ ਜ਼ਕਰੀਆ ਖਾਨ ਆਪ ਸਿੰਘਾਂ ਨੂੰ ਨੇਸ ਤੇ ਨਬੂਦ ਕਰ ਸੁੱਟਣ ਵਿੱਚ ਆਪਣਾ ਸਾਰਾ ਤਾਣ ਲਾ ਚੁੱਕੇ ਸਨ। ਇਹ ਮਰਦੇ ਮਾਰਦੇ ਆਪ ਮਰ ਗਏ, ਪਰ ਸਿੰਘ ਨਾ ਮੁੱਕੇ। ਹੁਣ ਯਹੀਆ ਖਾਨ ਸੂਬੇਦਾਰੀ ਦੀ ਗੱਦੀ ਤੇ ਸੀ। ਇਹ ਵੀ ਤਵੱਸਵੀ ਮੁਲਾਣਿਆਂ ਦੇ ਟੇਟੇ ਚੜ੍ਹ ਚੁੱਕਾ ਸੀ, ਪਰ ਉੱਧਰ ਸਿੰਘਾਂ ਦੀ ਤਾਕਤ ਵੀ ਅੱਗੇ ਨਾਲੋਂ ਕਈ ਗੁਣਾ ਜ਼ਿਆਦਾ ਸੀ। ਯਹੀਆ ਖਾਨ ਨੇ ਹਿੱਛ ਕੇ ਸਿੰਘਾਂ ਦੇ ਗਲ ਪੈਣ ਦੀ ਪਾਲਿਸੀ ਨੂੰ ਨਾ ਅਪਣਾਇਆ। ਸਿੰਘਾਂ ਨਾਲ ਇਸ ਨੂੰ ਕੋਈ ਮੋਹ ਪਿਆਰ ਨਹੀਂ ਸੀ। ਗੱਲ ਸਿਰਫ ਇੰਨੀ ਸੀ ਕਿ ਉਹ ਸਿੰਘਾਂ ਦੇ ਹੱਠ ਅਤੇ ਬਾਹੂਬਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਸਿੰਘ ਖੂਬ ਵਧੇ ਫੁੱਲੇ, ਗਿਣਤੀ ਬਹੁਤ ਵੱਧ ਗਈ। ਸਾਰਿਆਂ ਦਾ ਇਕੱਠੇ ਚੱਲਣਾ ਔਖਾ ਹੋ ਗਿਆ। ਉਹਨਾਂ ਦੇ ਸਿਆਣੇ ਜਰਨੈਲਾਂ ਸੋਚ ਕੇ ਇਹ ਗੁਰਮਤਾ ਪਕਾਇਆ ਕਿ ਮਜ਼ਬੂਤ ਜਥੇਬੰਦੀ ਵਿੱਚ ਖਾਲਸੇ ਦੇ ਛੋਟੇ ਛੋਟੇ ਜਥੇ ਬਣਾਏ ਜਾਣ, ਜੋ ਲੁੱਟ ਮਾਰ ਕਰਨ ਵੇਲੇ ਤਾਂ ਆਪਣੇ ਸਰਦਾਰ ਦੀ ਆਗਿਆ ਵਿੱਚ ਸੁਤੰਤਰ ਹੋਣ, ਪਰ ਸਾਂਝੀ ਭੀੜ ਬਣੀ ਵਿੱਚ ਸਾਰੇ ਪੰਥ ਦੀ ਇੱਕ ਜਥੇਬੰਦੀ ਵਿੱਚ ਕੰਮ ਕਰਨ। 1745 ਈਸਵੀ ਦੀ ਦੀਵਾਲੀ 16 ਅਕਤੂਬਰ ਨੂੰ ਸੀ। ਇਸ ਦਿਨ ਸ਼੍ਰੀ ਅੰਮ੍ਰਿਤਸਰ ਬੜਾ ਵੱਡਾ ਇਕੱਠ ਹੋਇਆ। ਗੁਰਮਤਾ ਪਾਸ ਕੀਤਾ ਗਿਆ। ਸਿੰਘਾਂ ਦੇ 30 ਜਥੇ ਬਣਾਏ ਗਏ। ਇਸ ਸਾਂਝੀ ਫੌਜ ਦਾ ਨਾਂ ਦਲ ਖਾਲਸਾ ਰੱਖਿਆ ਗਿਆ। ਇਹਨਾਂ ਦੇ ਜਥੇਦਾਰਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ।
नंबर 1 नवाब कपूर सिंह फैजलपुरिया ਸਿੰਘਪੁਰੀਆ। नंबर 2 शाम सिंह पिंड नारला अमृतसर। नंबर 3 गुरबख्श सिंह कलसिया। नंबर 4 करोड़ा सिंह पैंजगढ़। नंबर 5 करम सिंह पैंजगढ़। नंबर 6 गुरदयाल सिंह डल्लेवालिया। नंबर 7 दयाल सिंह डल्लेवालिया। नंबर 8 नौद सिंह शुकरचक्किया। नंबर 9 चंदा सिंह शुकरचक्किया। नंबर 10 काला सिंह पिंड कंग। नंबर 11 ख्याला सिंह पिंड कंग तरन ताਰਨ। नंबर 12 बाघ सिंह पिंड हल्लोवाल। नंबर 13 जस्सा सिंह पिंड आलू। नंबर 14 हरी सिंह पिंड पंजवड़। नंबर 15 छज्जा सिंह पिंड पंजवड़ अमृतसर। नंबर 16 दीप सिंह शहीद। नंबर 17 सुधा सिंह शहीद। नंबर 18 सुखा सिंह पिंड माड़ी कंबोकी तरन ताਰਨ। नंबर 19 जस्सा सिंह रामगढ़िया। नंबर 20 भोमा सिंह कन्हैया। नंबर 21 जय सिंह कन्हैया। नंबर 22 हकीकत सिंह कन्हैया। नंबर 23 हीरा सिंह नकई। नंबर 24 सद्दा सिंह नकई। नंबर 25 करम सिंह अमृतसर। नंबर 26 धर्म सिंह अमृतसर। नंबर 27 जौन सिंह मजवी। नंबर 28 बदन सिंह मजवी। नंबर 29 बीर सिंह मजवी। नंबर 30 अग्गड़ सिंह मजवी। ਯਹੀਆ ਖਾਨ ਦਾ ਆਪਣੇ ਪੈਰ ਕੁਹਾੜਾ ਮਾਰਨਾ। ਯਹੀਆ ਖਾਨ ਭਾਵੇਂ ਆਪਣੇ ਪਿਓ ਵਰਗਾ ਤਜਰਬੇਕਾਰ ਅਤੇ ਹੁਸ਼ਿਆਰ ਹਾਕਮ ਤਾਂ ਨਹੀਂ ਸੀ, ਪਰ ਉਸਨੇ ਸਿੰਘਾਂ ਨਾਲ ਵੈਸਾ ਹੀ ਆਡਾ ਲਾਈ ਰੱਖਿਆ। ਉੱਤੋਂ ਭਾਵੇਂ ਕੁਝ ਵੀ ਸੀ, ਪਰ ਢਿੱਡੋਂ ਸਿੰਘਾਂ ਦਾ ਸਤਿਆਨਾਸ਼ ਹੀ ਚਿਤਵਦਾ ਸੀ। ਲਾਹੌਰ ਦਰਬਾਰ ਵਿੱਚ ਮੁਲਾਣਿਆਂ ਮੁਫਤੀਆਂ ਦਾ ਜਨੂੰਨ ਅਤੇ ਤਵੱਸਬ ਪਹਿਲਾਂ ਵਾਂਗ ਹੀ ਕਾਇਮ ਸੀ। ਯਹੀਆ ਖਾਨ ਦਾ ਢਿੱਲਾ ਪ੍ਰਸ਼ਾਸਨ ਅਤੇ ਖਾਲਸੇ ਦੀ ਤਾਕਤ ਦਾ ਵਾਧਾ ਮੌਲਵੀਆਂ ਦੀ ਕੋਈ ਪੇਸ਼ ਨਹੀਂ ਸੀ ਜਾਣ ਦਿੰਦਾ। ਉਹਨਾਂ ਦੇ ਦਿਲ ਦੀਂਦਿਆਂ ਨੂੰ ਠੰਡ ਤਦੇ ਪੈਂਦੀ ਸੀ ਜੇ ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਦੇ ਛੋਟੇ-ਮੋਟੇ ਸਭ ਜੀ ਸੰਗਲ ਘੱਤ ਨਿਖਾਸ ਚੌਂਕ ਵਿੱਚ ਲਿਜਾ ਤਸੀਹੇ ਦੇ ਦੇ ਕੇ ਹਲਾਲ ਕੀਤੇ ਜਾਣ। ਸਰੀਰ ਲੁੱਛਣ, ਅੰਗ ਤੜਫ ਕੇ ਕੱਟੇ ਜਾਣ ਅਤੇ ਖੂਨ ਦੇ ਰੋੜ ਵਗਣ। ਇੰਜ ਇਸਲਾਮ ਦੀ ਸੇਵਾ ਹੋਵੇ ਅਤੇ ਮੁਲਾਣਿਆਂ ਅਤੇ ਬਿਸਤਰੇ ਬਹਿਸ਼ਤਾਂ ਵਿੱਚ ਪੱਕੀ ਤਰ੍ਹਾਂ ਵਿਛ ਜਾਣ ਅਤੇ ਸੇਵਾ ਨੂੰ 72 ਹੁਰਾਂ ਅਤੇ ਨਾਲ ਅਣਦਾਲੀਏ ਲਾਉਂਦੇ ਹੋਣ। ਬਾਣੀਏ ਇਸਲਾਮ ਤੋਂ 150 ਸਾਲ ਪਿੱਛੋਂ ਤੱਕ ਹਾਲਾਤ ਕੁਝ ਠੀਕ ਰਹੇ ਅਤੇ ਫਿਰ ਇਸਲਾਮ ਚੜ੍ਹ ਗਿਆ ਟੇਟੇ ਮੁਲਾਣਾ ਵਾਦ ਦੇ। 1250 ਸਾਲ ਮੁਸਲਮਾਨ ਬਾਦਸ਼ਾਹਾਂ ਦੀ ਗਰਦਨ ਤੇ ਮੁਲਾਣਾ ਸਵਾਰ ਹੋ ਗਿਆ। ਬਸ ਫਿਰ ਰੱਬ ਦੇਵੇ ਅਤੇ ਬੰਦਾ ਲਵੇ। ਮੂਰਖ ਬਾਦਸ਼ਾਹਾਂ ਨੂੰ ਰੱਬ ਦਾ ਪਰਛਾਵਾਂ ਦੱਸ ਕੇ ਇਸਲਾਮ ਦੇ ਵਾਧੇ ਨੂੰ ਉਸ ਦਾ ਸਭ ਤੋਂ ਵੱਡਾ ਦੀਨੀ ਫਰਜ਼ ਦੱਸ ਕੇ ਤਰ੍ਹਾਂ ਤਰ੍ਹਾਂ ਦੀਆਂ ਤੁਖਣਾ ਦੇ ਕੇ ਗੈਰ ਮੁਸਲਮਾਨਾਂ ਦਾ ਜੀਵਨ ਨਰਕ ਬਣਾ ਛੱਡਿਆ। ਤੁਛ ਬਹਾਨਿਆਂ ਨਾਲ ਗ੍ਰਿਫਤਾਰੀ, ਫਿਰ ਫਤਵਾ, ਇਸਲਾਮ ਜਾਂ ਮੌਤ ਦਾ ਦਸਤੂਰ ਪ੍ਰਚਲਿਤ ਰਿਹਾ। ਕਮਜ਼ੋਰ ਮਨਾਂ ਵਾਲੇ ਧਰਮ ਤਿਆਗ ਗਏ। ਧਰਮ ਡੋਬੂ ਜ਼ੁਲਮੀ ਕਾਂਗ ਦਾ ਸਲਾਬ ਆ ਗਿਆ। ਇੱਜ਼ਤ, ਆਬਰੂ, ਅਣਖ ਅਤੇ ਮਾਣ ਮਰਿਆਦਾ ਅਤੇ ਬਾਹੂਬਲ ਸਭ ਰੁੜ ਪੁੜ ਗਿਆ। ਅਖੌਤੀ ਧਰਮ ਦੇ ਠੇਕੇਦਾਰ ਚੂਹਿਆਂ ਵਾਂਗ ਖੁੱਡਾਂ ਵਿੱਚ ਘੁਸ ਗਏ। ਜਿਨ੍ਹਾਂ ਦੀਆਂ ਕਮਾਈਆਂ ਖਾ ਦੇਹਾਂ ਵਧੀਆਂ ਸਨ ਅਤੇ ਮੌਜਾਂ ਕਰਿਆ ਕਰਦੇ ਸਨ, ਭੀੜ ਪਈ ਤੇ ਉਹਨਾਂ ਨੂੰ ਦਗਾ ਦੇ ਗਏ। ਪਿੱਠ ਵਿਖਾ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਸਿਰ ਲੁਕੋਏ। ਹਿੰਦੁਸਤਾਨ ਉੱਤੇ ਮੁਹੰਮਦ ਬਿਨ ਕਾਸਿਮ ਦੇ ਹਮਲੇ ਤੋਂ ਲੈ ਕੇ 1000 ਸਾਲ ਤੱਕ ਮੁਲਾਣਾਵਾਦ ਨੇ ਕੀ ਜ਼ੁਲਮ ਢਾਹੇ, ਇਹ ਇੱਕ ਬੜੀ ਲੰਮੀ ਖੂਨੀ ਦਾਸਤਾਨ ਹੈ। ਹਿੰਦੁਸਤਾਨ ਵਿੱਚ ਇਸਲਾਮ ਦੇ ਆਉਣ ਤੋਂ ਪਹਿਲਾਂ ਬ੍ਰਾਹਮਣਵਾਦ ਨੇ ਸ਼ੂਦਰਾਂ ਲਈ ਇਸ ਧਰਤੀ ਨੂੰ ਪ੍ਰਤੱਖ ਤੌਰ ਤੇ ਨਰਕ ਬਣਾ ਰੱਖਿਆ ਸੀ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਬ੍ਰਾਹਮਣਵਾਦ ਦੇ ਖੂਨੀ ਕਾਰੇ ਮੁਲਾਣਾਵਾਦ ਦੇ ਕਾਲੇ ਕਾਰਨਾਮਿਆਂ ਨਾਲੋਂ ਨਿਰਸੰਦੇਹ ਕਈ ਗੁਣਾ ਘਿਨਾਉਣੇ ਸਨ। ਇਹੋ ਕੁਝ ਯੂਰਪ ਵਿੱਚ ਈਸਾਈ ਪਾਦਰੀਆਂ ਨੇ ਹਜ਼ਾਰਾਂ ਸਾਲਾਂ ਤੱਕ ਆਰੰਭੀ ਰੱਖਿਆ। ਯੂਰਪ, ਮੱਧ ਪੂਰਬ ਅਤੇ ਪੂਰਬ ਹਿੰਦੁਸਤਾਨ ਵਿੱਚ ਇਹ ਭਿਆਨਕ ਚੱਕੀਆਂ ਮਨੁੱਖਤਾ ਨੂੰ ਲਗਾਤਾਰ ਬੇਰਹਿਮੀ ਨਾਲ ਪੀਸਦੀਆਂ ਰਹੀਆਂ। ਜੇ ਕਿਸੇ ਰੱਬ ਦੇ ਪਿਆਰੇ ਕਿਤੇ ਮਾਰਟਿਨ ਲੂਥਰ ਬਣ ਕੇ ਜਾਂ ਮਨਸੂਰ ਲਿਹਾਜ਼, ਮੌਲਾਨਾ ਰੂਮ, ਸ਼ਮਸ ਤਬਰੇਜ਼, ਸਲੀਮ ਚਿਸ਼ਤੀ ਅਤੇ ਸਰਮਦ ਦੇ ਰੂਪ ਵਿੱਚ ਆਵਾਜ਼ ਬੁਲੰਦ ਕੀਤੀ ਤਾਂ ਇਤਿਹਾਸ ਗਵਾਹ ਹੈ ਕਿ ਇਹਨਾਂ ਪੀਸਣ ਵਾਲਿਆਂ ਦੀ ਖਾਤਰ ਮੌਤ ਨਾਲ ਮੱਥਾ ਲਾਇਆ। ਉਹਨਾਂ ਹੀ ਉਸ ਆਵਾਜ਼ ਵੱਲ ਧਿਆਨ ਨਹੀਂ ਦਿੱਤਾ। ਓਡੀ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਚੱਕੀਆਂ ਅੱਜ ਵੀ ਆਪਣੇ ਵਿਸ਼ੇਸ਼ ਰੂਪ ਵਿੱਚ ਚੱਲ ਰਹੀਆਂ ਹਨ। ਪਿਸਾਈ ਵੈਸੇ ਹੀ ਬਰੀਕ ਹੋ ਰਹੀ ਹੈ।
ਪਤਾ ਨਹੀਂ ਇਹ ਸਿਲਸਿਲਾ ਕਿੱਥੋਂ ਕੁ ਤੱਕ ਚੱਲਦਾ ਜੇ ਇੱਕ ਸ਼ੇਰ ਮਰਦ ਸਿੰਘ ਗਰਜਨ ਨਾਲ ਇਸ ਨੂੰ ਵੰਗਾਰਦਾ ਅਤੇ ਠੱਲ ਨਾ ਪਾਉਂਦਾ। ਅਣਖਹੀਣ, ਸਾਹਸਹੀਣ ਅਤੇ ਬਲਹੀਣ ਹੋ ਕੇ ਅਧਮੋਈ ਹੋਈ ਪਈ ਕੌਮ ਨੇ ਕੇਸਗੜ੍ਹ ਦੀ ਪਹਾੜੀ ਤੋਂ ਇੱਕ ਸਿੰਘਨਾਦ ਸੁਣਿਆ, ਜਿਸ ਨੇ ਮੁਰਦਾ ਦਿਲਾਂ ਵਿੱਚ ਅਜਿਹੀ ਨਵੀਂ ਰੂਹ ਫੂਕ ਦਿੱਤੀ ਕਿ ਸਾਹਸ, ਅਣਖ, ਨਿਰਭੈਤਾ, ਹੱਠ ਸੇਵਾ, ਦੇਸ਼ ਧਰਮ ਲਈ ਕੁਰਬਾਨੀ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਜੂਝ ਮਰਨ ਦਾ ਜਜ਼ਬਾ ਸੀਨਿਆਂ ਵਿੱਚ ਠਾਠਾਂ ਮਾਰਨ ਲੱਗਾ। ਇਤਿਹਾਸ ਦਾ ਰੁਖ ਬਦਲ ਦੇਣ ਲਈ ਡੌਲੇ ਫਰਕਣ ਲੱਗੇ। ਚਿਹਰਿਆਂ ਤੇ ਲਾਲੀਆਂ ਚੜ੍ਹ ਗਈਆਂ। ਚਿੜੀਆਂ ਅਤੇ ਮਮੋਲਿਆਂ ਨੇ ਬਾਜਾਂ ਦੀਆਂ ਜੀਭਾਂ ਖਿੱਚ ਲਈਆਂ। ਇਹ ਸੀ ਦਸ਼ਮੇਸ਼ ਦੇ ਬਾਟਿਓਂ ਛਕੇ ਪੰਜਾਂ ਚੂਲਿਆਂ ਦਾ ਅਸਰ। ਛਕਣ ਵਾਲਿਆਂ ਦੀ ਰੂਹ ਤੇ ਕਾਇਆ ਕਲਪ ਹੋ ਗਈ। ਉੱਠੇ ਫੜ ਕੇ ਸ਼ਸਤਰ ਅਤੇ ਇਕੱਲਾ ਇਕੱਲਾ 1.25 ਲੱਖ ਨਾਲ ਲੜਨ ਮਰਨ ਲਈ ਡਟਣ ਲੱਗ ਪਿਆ। ਲਕੀਰ ਖਿੱਚੀ ਗਈ। ਇਸ ਪਾਸੇ ਮੁਗਲ ਹਕੂਮਤ ਦਾ ਅਥਾਹ ਬਲ, ਤ੍ਰਾਣ ਅਤੇ ਨਸ਼ਾ, ਬਾਹਰਲੇ ਧਾੜਵੀਆਂ ਦੀ ਤਾਕਤ ਅਤੇ ਹੱਲਾਸ਼ੇਰੀ। ਦੂਸਰੇ ਪਾਸੇ ਕਲਗੀਧਰ ਦਾ ਸਿਰਜਿਆ ਖਾਲਸਾ। ਅਜੀਬ ਟੱਕਰ। ਸੂਰਮਿਆਂ ਸਮੇਂ ਦੀ ਧਾਰ ਮੋੜ ਦਿੱਤੀ। ਸਾਈਂ ਜੀ ਨੇ ਖਾਲਸੇ ਨੂੰ ਤੇਗਾਂ ਝੱਲਦਿਆਂ ਅਤੇ ਮਾਰਦਿਆਂ ਦੇਖਿਆ। ਹਰ ਕਤਲਾਮ ਤੋਂ ਬਾਅਦ ਖਾਲਸਾ ਦੂਣਾ ਚੌਣਾ ਹੋ ਕੇ ਜ਼ਿਆਦਾ ਰੌਹ ਨਾਲ ਉੱਠਿਆ। ਭਾਵੇਂ ਮੁਗਲ ਹਕੂਮਤ ਦਾ ਜ਼ੁਲਮ ਜਬਰ ਸਭ ਹੱਦਾਂ ਬੰਨੇ ਟੱਪ ਗਿਆ ਸੀ, ਪਰ ਸਿੰਘਾਂ ਦੇ ਹੱਠ ਤੇ ਸਬਰ ਨੂੰ ਨਾ ਤੋੜ ਸਕਿਆ। ਜਿਨ੍ਹਾਂ ਦੇ ਪੁਰਖਿਆਂ ਨੇ ਤੇਗਾਂ ਕਦੇ ਮਿਆਨੇ ਨਾ ਕੀਤੀਆਂ, ਨਾ ਰੱਜ ਖਾਧਾ, ਨਾ ਚੱਜ ਦਾ ਹੰਢਾਇਆ, ਕਿਤੇ ਮੰਜਿਆਂ ਤੇ ਸੌਂ ਕੇ ਨਾ ਵੇਖਿਆ, ਭੂਰਿਆਂ ਵਿੱਚ ਹੀ ਵਿਚਰਦੇ ਸਿਰਾਂ ਨਾਲ ਨਿਭਾ ਗਏ। ਉਹਨਾਂ ਦੀਆਂ ਤੇਗਾਂ ਸੰਭਾਲਣ ਵਾਲੇ ਪਿਛਾਂਹ ਕਿਵੇਂ ਰਹਿੰਦੇ। ਅੱਜ ਖਾਲਸੇ ਨੇ ਆਪਣੇ ਆਪ ਨੂੰ ਜਥੇਬੰਦਕ ਢੰਗ ਨਾਲ ਸਨਮੁਖ ਡਟ ਕੇ ਮੁਗਲਾਂ ਨੂੰ ਦਮੋਂ ਕੱਢਣ ਦੀ ਸੋਚੀ। ਪਿੱਛੇ ਵਰਣਨ ਕੀਤੇ 30 ਜਥੇ ਸਾਰੇ ਦੇਸ਼ ਵਿੱਚ ਖਿਲਰ ਕੇ ਲੁੱਟ ਮਾਰ ਕਰਨ, ਜਿਸ ਨੇ ਚੁੱਪਚਾਪ ਈਨ ਮੰਨ ਕੇ ਨਜ਼ਰ ਨਿਆਜ਼ ਭੇਟਾ ਕਰ ਦਿੱਤੀ, ਉਹ ਬਚਿਆ ਰਿਹਾ, ਪਰ ਜੋ ਅੜਿਆ ਝਾੜ ਦਿੱਤਾ ਗਿਆ। ਮਿੱਥ ਮਿੱਥ ਕੇ ਵੱਡੇ ਜਗੀਰਦਾਰਾਂ, ਚੌਧਰੀਆਂ, ਲੰਬੜਦਾਰਾਂ ਜੋ ਆਪਣੇ ਆਪ ਨੂੰ ਮੁਗਲ ਸਰਕਾਰ ਦੇ ਥੰਮ ਮਿੱਥਦੇ ਸਨ, ਪਾਸੋਂ ਮੂੰਹ ਮੰਗੇ ਟਕੇ ਵਸੂਲੇ। ਮੁਖਬਰਾਂ ਅਤੇ ਮੁਲਾਣਿਆਂ ਅਤੇ ਉਹਨਾਂ ਚੌਧਰੀਆਂ ਜੋ ਮੁਗਲ ਸਰਕਾਰ ਦੇ ਜ਼ਿਆਦਾ ਹੇਜਲੇ ਅਤੇ ਸਿੰਘਾਂ ਦੇ ਵੱਡੇ ਦੋਖੀ ਸਨ ਨੂੰ ਚੰਗੀ ਤਰ੍ਹਾਂ ਸੋਧਿਆ, ਘਰ-ਬਾਰ ਲੁੱਟੇ ਅਤੇ ਫੂਕੇ। ਸਿੰਘਾਂ ਨੂੰ ਇਹਨਾਂ ਤੋਂ ਜ਼ਿਆਦਾ ਗੱਚ ਇਸ ਕਰਕੇ ਸੀ ਕਿਉਂਕਿ ਇਹਨਾਂ ਹੀ ਉਹਨਾਂ ਤੇ ਉਹਨਾਂ ਦੇ ਟੱਬਰਾਂ ਨੂੰ ਘਰਾਂ ਤੋਂ ਉਜਾੜ ਕੇ ਜੰਗਲਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਸੀ। ਪਿੰਡਾਂ ਦੇ ਛੋਟੇ-ਮੋਟੇ ਮੌਲਵੀ, ਕਸਬਿਆਂ ਅਤੇ ਸ਼ਹਿਰਾਂ ਦੇ ਕਾਜੀ ਅਤੇ ਮੁਲਾਣੇ ਲਾਵਾਲ ਘਰ-ਬਾਰ ਛੱਡ ਕੇ ਲਾਹੌਰ ਆਣ ਇਕੱਠੇ ਹੋਏ। ਖੜਕਦੇ ਸੁੰਭ, ਘੋੜਿਆਂ ਦੀ ਹਿਣ-ਹਿਣਾਹਟ ਅਤੇ ਸਿੰਘਾਂ ਦੇ ਜੈਕਾਰਿਆਂ ਦੀ ਗੂੰਜ ਸੁਣ ਕੇ ਮੁਲਾਣਿਆਂ ਦਾ ਤੰਬਿਆਂ ਵਿੱਚ ਹੀ ਬੋਲ ਨਿਕਲ ਜਾਂਦਾ, ਪਈ ਤੇ ਕੌਣ ਕਿਸੇ ਦੀ ਧੀਰ ਬਣਾਵੇ। ਉਹ ਲੋਕ ਜੋ ਮਸੀਤਾਂ ਵਿੱਚ ਵਾਇਜ਼ ਕਰਦੇ ਫਰਮਾਉਂਦੇ ਸਨ ਕਿ ਇਸਲਾਮ ਦੁਸ਼ਮਣ ਕਾਫਰ ਦੇ ਖਿਲਾਫ ਜਹਾਦ ਹਰ ਮੁਸਲਮਾਨ पर फर्ज है, इससे सवाब हासिल होता है। फी सबील अल्लाह जहाद में मरने से शहादत का मर्तबा मिलता है। शहीद के लिए जन्नत का दरवाज़ा खुला है। जन्नत के मेवे कोसरों तस्नीम की नहरों से भरे हुए खुम पीने को और खिदमत के लिए 72 हूरे और बहुत से गिलमान हमेशा पास हाजिर रहेंगे। इंज दूजिਆਂ ਨੂੰ ਉਭਾਰ ਕੇ ਬਲਦੀ ਦੇ ਬੂਥੇ ਢਾ ਹੂਰਾਂ, ਗਿਲਮਾਨਾਂ, ਬਹਿਸ਼ਤੀ ਮੇਵਿਆਂ ਤੇ ਕੋਸਰੋ ਤਸਨੀਮ ਚੋਂ ਭਰ ਸ਼ਰਾਬ ਦੇ ਪਿਆਲੇ ਪੀਣ ਦਾ ਲਾਲਚ ਦੇ ਕੇ ਮਾਸੂਮਾਂ ਨੂੰ ਮਰਵਾਉਣ ਵਾਲਿਆਂ ਦੀ ਜੇ ਕਿਤੇ ਕੰਨੀ ਭਣਕ ਪੈ ਜਾਂਦੀ ਕਿ ਜੰਨਤ ਦਾ ਪਰਵਾਨਾ ਰਾਹਦਾਰੀ ਦੇ ਕੇ ਤੋਰਨ ਵਾਲੇ ਸਿੰਘ ਇੱਧਰ ਲਾਗੇ ਛਾਗੇ ਫਿਰਦੇ ਹਨ, ਤਾਂ ਜੰਨਤ ਦਾ ਸ਼ਬਦ ਸੰਘ ਵਿੱਚ ਹੀ ਅਟਕ ਜਾਂਦਾ। ਅਧਖੜ ਅਤੇ ਬੁੱਢੇ ਸ਼ੇਖ ਮੁਰੀਦ ਤਾਂ ਕਿਧਰੇ ਰਹੇ, ਬਾਲ ਬੱਚੇ ਨੂੰ ਵੀ ਪਿੱਛੇ ਛੱਡ ਕੇ ਸ਼ਹਿਰਾਂ ਨੂੰ ਭੱਜਣ ਵਿੱਚ ਹਿਰਨਾਂ ਨੂੰ ਮਾਤ ਪਾ ਜਾਂਦੇ। ਜੇ ਕਿਤੇ ਬੱਧੇ ਹੁੰਦੇ ਤਾਂ ਸੰਗਲ ਵੀ ਤੁੜਵਾ ਜਾਂਦੇ। ਹੂਰਾਂ, ਗਿਲਮਾਨਾਂ, ਮੇਵਿਆਂ ਅਤੇ ਕੌਂਸਰ ਦੀ ਸ਼ਰਾਬ ਦਾ ਚੇਤਾ ਵੀ ਨਾ ਆਉਂਦਾ। ਸਿੰਘਾਂ ਨੇ ਸਭ ਛੋਟੀਆਂ ਮੋਟੀਆਂ ਵਧੀਕੀਆਂ ਦਾ ਪੂਰਾ ਹਿਸਾਬ ਲਿਆ। ਅੱਜ ਆਹ ਪਿੰਡ ਸਾਫ਼ ਕੀਤਾ, ਕੱਲ ਫਲਾਣਾ ਪਿੰਡ ਮਾਂਜਿਆ ਗਿਆ। ਪੈ ਗਏ ਦੇਣੇ ਹਿਸਾਬ, ਸੂਤੇ ਪਏ ਵੀ ਬੁੜਾਉਣ ਕੀ ਸਿੰਘ ਆ ਗਏ, ਸਿੰਘ ਆ ਪਏ ਬਚਾਓ।
ਬਚਾਓ। ਸਾਰੇ ਪੰਜਾਬ ਵਿੱਚ ਆਵਾਜਾਈ ਰੁਕ ਗਈ। ਹਰ ਤਰ੍ਹਾਂ ਦਾ ਵਣਜ ਵਪਾਰ ਅਤੇ ਹੋਰ ਕਾਰ ਵਿਹਾਰ ਬੰਦ ਹੋ ਗਿਆ। ਪਿੰਡਾਂ ਤੋਂ ਹੱਠ ਸਿੰਘ ਕਸਬਿਆਂ ਸ਼ਹਿਰਾਂ ਦੀ ਵੀ ਖਬਰਸਾਰ ਲੈਣ ਲੱਗ ਪਈ। ਸਿੰਘਾਂ ਲਾਹੌਰ ਲੁੱਟਿਆ। ਸਿੰਘਾਂ ਦੇ ਹੱਲੇ ਹੁਣ ਇੰਨੇ ਦਲੇਰਾਨਾ ਹੋ ਗਏ ਕਿ ਇੱਕ ਦਿਨ ਲਾਹੌਰ ਉੱਤੇ ਵੀ ਜਾ ਪੰਜਾ ਮਾਰਿਆ। ਇਹ ਗੱਲ ਆਰੰਭ 1746 ਦੀ ਈਸਵੀ ਦੀ ਹੈ। ਠੰਡ ਆਪਣੇ ਜੋਬਨ ਤੇ ਸੀ। ਸਿੰਘਾਂ ਦਾ ਇੱਕ ਤਕੜਾ ਜਥਾ ਗੋਇੰਦਵਾਲ ਦਾ ਪੱਤਣ ਲੰਘ ਕੇ ਮਾਝੇ ਵਿੱਚ ਦੀ ਵਿਚਰਦਾ ਹੋਇਆ ਪਿੰਡ ਛਾਂਗੇ ਮਾਰੇ ਦੇ ਉੱਤਰ ਵੱਲ ਦੀ ਹੋ ਕੇ ਲਾਹੌਰ ਲਾਗੇ 2 ਕੁ ਕੋਹਾਂ ਦੀ ਵਿੱਥ ਤੇ ਜਾ ਨਿਕਲਿਆ। ਜਨਵਰੀ 1746 ਈਸਵੀ ਦੀ ਇੱਕ ਸ਼ਾਮ ਨੂੰ ਇਸ ਜਥੇ ਵਿੱਚੋਂ ਇੱਕ ਛੋਟਾ ਜਥਾ ਭੇਸ ਬਦਲ ਕੇ ਮੋਚੀ ਦਰਵਾਜ਼ਿਓਂ ਲਾਹੌਰ ਦੇ ਸ਼ਰਾਫਾ ਬਾਜ਼ਾਰ ਜਾ ਵੜਿਆ। ਬਾਜ਼ਾਰ ਦੇ ਦੋਵੇਂ ਸਿਰੇ ਰੋਕ ਲਏ। ਠੰਡ ਦਾ ਮੌਸਮ, ਦੁਕਾਨਦਾਰ ਦੀਵੇ ਜਗਾਈ ਦੁਕਾਨਾਂ ਵਿੱਚ ਦਬਕੇ ਬੈਠੇ ਸਨ। ਕੋਈ ਟਾਵਾਂ ਦੁਕਾਨ ਬੰਦ ਕਰਨ ਦੇ ਆਹਰ ਵਿੱਚ ਸੀ। ਕਿਸੇ ਨਹੀਂ ਪਛਾਤਾ ਕਿ ਇਹ ਘੋੜਸਵਾਰ ਕੌਣ ਹਨ। ਲੋਕਾਂ ਦੇ ਖਿਆਲ ਵਿੱਚ ਇਹ ਮੁਗਲ ਫੌਜ ਦਾ ਹੀ ਕੋਈ ਦਸਤਾ ਹੈ ਅਤੇ ਸ਼ਹਿਰ ਦੀ ਰਖਵਾਲੀ ਵਜੋਂ ਚੱਕਰ ਲਗਾ ਰਿਹਾ ਹੈ। ਸਿੰਘਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਬਾਜ਼ਾਰ ਨੂੰ ਚੰਗੀ ਤਰ੍ਹਾਂ ਛਾਣਾ ਮਾਰ ਕੇ ਲੱਖਾਂ ਦਾ ਸਮਾਨ ਬੰਨ੍ਹ ਲਿਆ। ਸ਼ਹਿਰ ਦਿਆਂ ਰਖਵਾਲਿਆਂ ਨੂੰ ਖਬਰ ਕਿਵੇਂ ਹੁੰਦੀ? ਦੋਵੇਂ ਸਿਰੇ ਤਾਂ ਰੋਕੇ ਹੋਏ ਸਨ। ਸਰਕਾਰ ਨੂੰ ਹੋਰ ਵੱਡਾ ਝਟਕਾ ਦੇਣ ਲਈ ਇੱਥੇ ਹੀ ਜੋ ਮਲਾਣਿਆਂ ਮੁਫਤੀਆਂ ਕਾਜ਼ੀਆਂ ਦੇ ਘਰ ਸਨ ਅਤੇ ਜਿਨ੍ਹਾਂ ਨੇ ਭਾਈ ਤਾਰੂ ਸਿੰਘ, ਸਰਦਾਰ ਮਹਤਾਬ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਗਰਜਾ ਸਿੰਘ ਅਤੇ ਅਨੇਕ ਹੋਰ ਸਿੰਘਾਂ ਨੂੰ ਫਤਵੇ ਦੇ ਕੇ ਕਤਲ ਕਰਵਾਇਆ ਸੀ, ਉਹਨਾਂ ਨੂੰ ਉਹਨਾਂ ਦੇ ਘਰੀਂ ਹੀ ਤੇਗ ਦੇ ਘਾਟ ਉਤਾਰ ਦਿੱਤਾ। ਕਾਰਜ ਸਿੱਧ ਕਰਕੇ ਸ਼ਾਹੀ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਖਾਲਸਾ ਹਰਨ ਹੋ ਗਿਆ। ਫੌਜ ਮਗਰ ਪਈ ਤਾਂ ਸਹੀ, ਪਰ ਇੰਨੇ ਨੂੰ ਸਿੰਘ ਰਾਵੀ ਕੰਢੇ ਜੰਗਲ ਵਿੱਚ ਅਲੋਪ ਹੋ ਗਏ। ਯਹੀਆ ਖਾਨ ਨਵਾਂ ਸੂਬੇਦਾਰ ਬਣਿਆ ਸੀ ਅਤੇ ਪੈਂਦੀ ਸਿੱਟੇ ਉਸ ਦੀ ਬੜੀ ਵੱਡੀ ਨੱਕ ਵੱਢਣੀ ਹੋ ਗਈ ਸੀ। ਦੀਵਾਨ ਲਖਪਤ ਰਾਏ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਜਿੰਨਾ ਚਾਹੇ ਫੌਜ ਲੈ ਜਾਵੇ, ਪਰ ਸਿੰਘਾਂ ਨੂੰ ਇਲਾਕੇ ਵਿੱਚੋਂ ਕੱਢ ਕੇ ਹੀ ਮੁੜੇ। ਲਖਪਤ ਰਾਏ ਮਗਰ ਪਿਆ ਤਾਂ ਸੀ ਤੇ ਝੱਲ ਕਾਫੀ ਦੂਰ ਤੱਕ ਮਗਰ ਗਿਆ, ਪਰ ਕੁਝ ਨਾ ਸਰਿਆ। ਸਿੰਘ ਰਾਵੀ ਦਾ ਕੰਢਾ ਛੱਡ ਕੇ ਐਮਨਾਬਾਦ ਚਲੇ ਗਏ। ਲਖਪਤ ਰਾਏ ਨੂੰ ਵਾਪਸ ਲਾਹੌਰ ਮੁੜਨਾ ਪਿਆ। ਜਸਪਤ ਰਾਏ ਦਾ ਸਿੰਘਾਂ ਮਗਰ ਪੈਣਾ ਅਤੇ ਉਹਨਾਂ ਹੱਥੋਂ ਕਤਲ ਹੋਣਾ। ਲਖਪਤ ਰਾਏ ਅਤੇ ਜਸਪਤ ਰਾਏ ਦੋਵੇਂ ਸਕੇ ਭਰਾ ਸਨ। ਜਸਪਤ ਰਾਏ ਛੋਟਾ ਸੀ। ਜਦ ਜ਼ਕਰੀਆ ਖਾਨ 1726 ਈਸਵੀ ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਜਸਪਤ ਰਾਏ ਨੂੰ ਜਲੰਧਰ ਦੁਆਬ ਦੀ ਫੌਜਦਾਰੀ ਤੋਂ ਹਟਾ ਕੇ ਐਮਨਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ ਅਤੇ ਇਸ ਦੀ ਥਾਂ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਉਨੀ ਦਿਨੀ ਜਸਪਤ ਰਾਏ ਆਪਣੇ ਇਲਾਕੇ ਦੇ ਦੌਰੇ ਤੇ ਪਿੰਡ ਖੁਖਰਾਣ ਲਾਗੇ ਉਤਰਿਆ ਹੋਇਆ ਸੀ। ਖੁਖਰਾਣ ਪਿੰਡ ਵਿੱਚ ਬੈਠੇ ਜਸਪਤ ਰਾਏ ਨੂੰ ਗੋਂਦਰਾਂ ਵਾਲੇ ਪਿੰਡ ਦੇ ਇੱਕ ਵਸਨੀਕ ਨੇ ਖਬਰ ਦਿੱਤੀ ਕਿ ਸਿੰਘਾਂ ਦਾ ਇੱਕ ਤਕੜਾ ਜਥਾ ਇਸ ਪਾਸੇ ਆਇਆ ਹੈ ਅਤੇ ਖੁਖਰਾਣ ਅਤੇ ਗੋਂਦਰਾਂ ਵਾਲੇ ਪਿੰਡਾਂ ਦੇ ਚਰਦੇ ਇੱਜੜਾਂ ਚੋਂ ਬੱਕਰੇ ਹਿੱਕ ਕੇ ਲੈ ਗਿਆ ਹੈ। ਇਸ ਵੇਲੇ ਰੋੜੀ ਸਾਹਿਬ ਲਾਗੇ ਬੈਠਾ ਬੱਕਰੇ ਭੁੰਨ ਛਕ ਰਿਹਾ ਹੈ। ਕਾਫੀ ਬੱਕਰੇ ਉਹਨਾਂ ਦੇ ਪਾਸ ਸਾਡੇ ਫੜੇ ਹੋਏ ਹਨ। ਜਸਪਤ ਰਾਏ ਨੇ ਆਪਣੇ ਕੁਝ ਸਵਾਰ ਇਹ ਹੁਕਮ ਦੇ ਕੇ ਭਜਾਏ ਕਿ ਬੱਕਰੇ ਖੋਹ ਲਏ ਜਾਣ ਅਤੇ ਉਹਨਾਂ ਨੂੰ ਉੱਥੋਂ ਮਾਰ ਕੇ ਉਠਾ ਦਿੱਤਾ ਜਾਵੇ। ਇਹ ਦਸਤਾ ਜਦ ਰੋੜੀ ਸਾਹਿਬ ਵਿਖੇ ਪੁੱਜਾ ਤਾਂ ਸਿੰਘਾਂ ਦੇ ਗਲ ਤਾਂ ਨਾ ਪਿਆ, ਪਰ ਇਸ ਦੇ ਮੁਖੀ ਨੇ ਸਿੰਘਾਂ ਨੂੰ ਕਿਹਾ ਕਿ ਭਲਾ ਇਸੇ ਵਿੱਚ ਹੈ ਕਿ ਫੜੇ ਹੋਏ ਬੱਕਰੇ ਤੁਰੰਤ ਵਾਪਸ ਕਰ ਦਿਓ ਤੇ ਨਾਲ ਹੀ ਡੇਰਾ ਡੰਡਾ ਚੁੱਕੋ ਅਤੇ ਚੱਲਦੇ ਬਣੋ। ਫੌਜਦਾਰ ਸਾਹਿਬ ਦਾ ਇਹ ਹੁਕਮ ਹੈ। ਸਿੰਘਾਂ ਨੇ ਉੱਤਰ ਦਿੱਤਾ ਕਿ ਬੱਕਰੇ ਜਿੱਥੇ ਤੁਹਾਨੂੰ ਦਿਸਦੇ ਹਨ ਬੇਸ਼ੱਕ ਫੜ ਲਵੋ, ਸਾਨੂੰ ਕੋਈ ਉਰਜ ਨਹੀਂ। ਦੀਵਾਨ ਸਾਹਿਬ ਨੂੰ ਜਾ ਕੇ ਕਹਿ ਦਿਓ ਕਿ ਅਸੀਂ ਕਈ ਦਿਨਾਂ ਦੇ ਕੜਾਕੇ ਤੇ ਹਾਂ, ਭਾਵ ਲੰਗਰ ਛਕੇ ਨੂੰ ਕਈ ਦਿਨ ਹੋ ਗਏ ਹਨ, ਫਾਕੇ ਵਿੱਚ ਹਾਂ ਅਤੇ ਲੰਗਰ ਛਕ ਕੇ ਚਲੇ ਜਾਵਾਂਗੇ। ਅਸੀਂ ਉਸਦੇ ਇਲਾਕੇ ਵਿੱਚ ਕੋਈ ਲੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਸਾਡਾ ਕੋਈ ਇਰਾਦਾ ਹੀ ਹੈ। ਸਾਡੇ ਵੱਲੋਂ ਭਰੋਸਾ ਰੱਖੇ। ਇੱਥੇ ਰਾਤ ਹੀ ਕੱਟਣੀ ਹੈ, ਸਵੇਰੇ ਅਸਾਂ ਆਪਣੇ ਆਪ ਚਾਲੇ ਪਾ ਜਾਣੇ ਹਨ। ਜਸਪਤ ਰਾਏ ਨੂੰ ਜਦ ਇਹ ਜਾ ਕੇ ਉੱਤਰ ਦੱਸਿਆ ਗਿਆ ਤਾਂ ਉਹ ਗੁੱਸੇ ਨਾਲ ਭਰਿਆ ਪੀਤਾ ਅਤੇ ਆਪਣੇ ਸਵਾਰ ਲੈ ਕੇ ਖੁਦ ਰੋੜੀ ਸਾਹਿਬ ਵੱਲ ਚੱਲ ਆਇਆ। ਆਉਂਦਿਆਂ ਹੀ ਸਿੰਘਾਂ ਨੂੰ ਬੁਰਾ ਭਲਾ ਆਖਣ ਅਤੇ ਗਾਲੀ ਦੇਣ ਲੱਗਾ। ਸਿੰਘਾਂ ਧੀਰਜ ਨਾਲ ਉੱਤਰ ਦਿੱਤਾ ਕਿ ਫੌਜਾਂ ਨੇ 3 ਦਿਨਾਂ ਤੋਂ ਕੁਝ ਛਕਿਆ ਨਹੀਂ, ਲੰਗਰ ਹੀ ਤਿਆਰ ਕਰਕੇ ਛਕਣ ਲਈ ਅਟਕੇ ਹਾਂ। ਰਾਤ ਦੀ ਰਾਤ ਇੱਥੇ ਹਾਂ, ਤੜਕਸਾਰ ਕੂਚ ਕਰ ਜਾਣਾ ਹੈ। ਖਾਤਰ ਜਮ੍ਹਾਂ ਕਰੋ, ਤੁਹਾਡੇ ਜਾਂ ਇਲਾਕੇ ਨੂੰ ਕੁਛ ਨਹੀਂ ਕਹਿੰਦੇ। ਉਸ ਨੂੰ ਆਪਣੀ ਤਾਕਤ ਦਾ ਨਸ਼ਾ ਕੜਕ ਕੇ ਬੋਲਿਆ।
ਤੁਸੀਂ ਲੰਗਰ ਛਕਣ ਦੀ ਅਤੇ ਰਾਤ ਕੱਟਣ ਦੀ ਗੱਲ ਕਰਦੇ ਹੋ। ਮੈਂ ਤੁਹਾਡੀ ਇੱਥੇ ਸ਼ਕਲ ਨਹੀਂ ਵੇਖਣਾ ਚਾਹੁੰਦਾ। ਬੋਟੀ ਬੋਟੀ ਕਰਕੇ ਉਡਾ ਦਿਆਂਗਾ। ਬਹੁਤ ਬੁਰਾ ਅਤੇ ਅਯੋਗ ਸਲੂਕ ਤੁਹਾਡੇ ਨਾਲ ਹੋਵੇਗਾ। ਉੱਠੋ ਅਤੇ ਤੁਰੋ ਇਸੇ ਪਲ। ਕੀ ਸਮਝੀ ਬੈਠੇ ਹੋ ਆਪਣੇ ਆਪ ਨੂੰ? ਸਿੰਘ ਨਹੀਂ ਉੱਠੇ। ਜਸਪਤ ਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਰਦਾਰ ਚੜ੍ਹਤ ਸਿੰਘ ਨੇ ਅੱਗੋਂ ਆਖਿਆ, ਕਿਰਾੜਾ ਕਿਉਂ ਮੌਤ ਨੂੰ ਵਾਜਾਂ ਮਾਰਦਣ? ਜਿਹੜੇ ਸਿੰਘ ਹਿੰਦੂ ਧਰਮ ਦੀ ਰੱਖਿਆ ਖਾਤਰ ਸਿਰ ਤਲੀ ਤੇ ਰੱਖੀ ਫਿਰਦੇ ਹਨ, ਤੂੰ ਉਹਨਾਂ ਨੂੰ ਹੀ ਬੁਰਾ ਭਲਾ ਕਹਿੰਦਾ ਹੈ। ਸਾਡੇ ਲੰਗਰ ਛਕਣ ਤੋਂ ਵੀ ਆਤੁਰ ਏਂ। ਅਸੀਂ ਤੈਨੂੰ ਭਰਾ ਸਮਝ ਕੇ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ ਤੇ ਤੂੰ ਉਲਟੀ ਹੈਂਕੜ ਵਿਖਾਉਣਾ। ਜਾਪਦਾ ਤੂੰ ਦਾਖੂ ਦਾਣਾ ਲੈ ਕੇ ਹੀ ਰਹੇਗਾ। ਸਲਾਮਤੀ ਚਾਹੁੰਦਾ ਤੇ ਮੁੜ ਜਾ ਉੱਧਰ ਜਿੱਧਰੋਂ ਆਇਆ ਹੈ। ਮੁਗਲ ਸਰਕਾਰ ਦੇ ਫੌਜਦਾਰ ਨੂੰ ਕੋਈ ਅੱਗੋਂ ਇੰਜ ਬੋਲੇ ਕਿਸੇ ਦੀ ਕੀ ਜ਼ੁਰਤ ਸੀ। ਜਸਪਤ ਰਾਏ ਨੇ ਇੱਕਦਮ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਸਿੰਘ ਲੜਨਾ ਨਹੀਂ ਸਨ ਚਾਹੁੰਦੇ, ਪਰ ਮਜਬੂਰੀ ਦੀ ਹਾਲਤ ਵਿੱਚ ਤੇਗਾਂ ਲੈ ਕੇ ਗਲ ਚੜ੍ਹਦਿਆਂ ਨੂੰ ਪਰਾਂ ਝਾੜ ਕੇ ਉੱਠ ਤੁਰੇ। ਪਰ ਜਸਪਤ ਰਾਏ ਹੱਲੇ ਤੇ ਹੱਲਾ ਕਰਾਈ ਜਾਵੇ। ਸਿੰਘ ਇਹ ਬਦੋ-ਬਦੀ ਗਲ ਪਈ ਲੜਾਈ ਲੜਦੇ ਜਾਂਦੇ ਅਤੇ ਨਾਲੇ ਪਿੱਛੇ ਹਟਦੇ ਜਾਂਦੇ। ਅੰਤ ਦੋਵੇਂ ਧਿਰਾਂ ਲੜਦੇ ਭਿੜਦੇ ਬੱਦੋ ਕੀ ਗੁਸਾਈਆਂ ਮਨੋਹਰ ਦਾਸ ਦੀ ਝਿੜੀ ਕੋਲ ਪਹੁੰਚ ਗਏ। ਜਸਪਤ ਰਾਏ ਹਾਥੀ ਉੱਤੇ ਬੈਠਾ ਆਪਣੀਆਂ ਧਾੜਾਂ ਨੂੰ ਲਲਕਾਰ ਰਿਹਾ ਸੀ ਕਿ ਸਿੰਘ ਬਚ ਕੇ ਨਾ ਨਿਕਲ ਜਾਣ। ਖੂਬ ਹੱਲਾ ਸ਼ੇਰੀ ਦੇ ਰਿਹਾ ਸੀ, ਪਰ ਉਹ ਕਰਾੜ ਸਰਦਾਰ ਨਿਹਾਬੂ ਸਿੰਘ ਰੰਗਰੇਟਾ ਦੀ ਨਿਗਾਹ ਪੈ ਗਿਆ। ਨਿਬਾਹੂ ਸਿੰਘ ਸ਼ੇਰ ਵਾਂਗ ਭਵਕ ਕੇ ਵੈਰੀ ਤੇ ਪਿਆ। ਹਾਥੀ ਦੀ ਪੂਛਲ ਫੜ ਕੇ ਹੌਂਦੇ ਪਾਸ ਪਹੁੰਚ ਕੇ ਤੇਗ ਦਾ ਐਸਾ ਹੱਥ ਮਾਰਿਆ ਕਿ ਜਸਪਤ ਰਾਏ ਦਾ ਸਿਰ ਕਣਕ ਸਿੱਟੇ ਸਮਾਨ ਡੁੰਗ ਸੁੱਟਿਆ। ਧੜ ਥੱਲੇ ਆ ਪਿਆ। ਦੀਵਾਨ ਦੇ ਸ਼ਸਤਰ ਜੇਵਰ ਅਤੇ ਹੋਰ ਕੀਮਤੀ ਮਾਲ ਮੱਤਾ ਜੋ ਹੌਂਦੇ ਵਿੱਚ ਸੀ ਥੱਲੇ ਸੁੱਟ ਦਿੱਤਾ ਅਤੇ ਫੌਜਦਾਰ ਦਾ ਸਿਰ ਨੇਜੇ ਤੇ ਟੰਗ ਕੇ ਸਿੰਘਾਂ ਪਾਸ ਲੈ ਆਇਆ। ਫੌਜਦਾਰ ਦੇ ਮਰਨ ਦੀ ਖਬਰ ਫੌਜ ਵਿੱਚ ਅੱਗ ਵਾਂਗ ਫੈਲ ਗਈ। ਖਾਲੀ ਹੌਂਦਾ ਵੇਖ ਕੇ ਸਭਨਾਂ ਦੇ ਦਿਲ ਟੁੱਟ ਗਏ। ਸਭ ਗਾਂਢਵੀਆਂ ਧਾੜਾਂ ਅਤੇ ਤਨਖਾਹਦਾਰ ਸਿਪਾਹੀ ਭਾਈਦਿਆਂ ਪਿੱਛੇ ਭੌਂਕੇ ਨਹੀਂ ਵੇਖਿਆ। ਜਿਹੜੇ ਪਲ ਕੁ ਪਹਿਲਾਂ ਨਾਅਰੇ ਮਾਰਦੇ ਅਤੇ ਮਾਰ ਲਓ ਫੜ ਲਓ ਦਾ ਰੌਲਾ ਪਾਉਂਦੇ ਵੱਧ ਵੱਧ ਕੇ ਵਾਰ ਕਰਦੇ ਸਨ, ਲੋਥਾਂ ਤਾਂ ਕੀ ਚੁੱਕਣੀਆਂ ਸਨ, ਸਹਿਕਦੇ ਵੀ ਛੱਡ ਕੇ ਹਨੇਰੀ ਅੱਗੇ ਸੁੱਕੇ ਪੱਤਿਆਂ ਵਾਂਗ ਕਿਧਰੇ ਉੱਡ ਪੁੱਡ ਗਏ। ਬਾਵਾ ਕਿਰਪਾ ਰਾਮ ਜਸਪਤ ਰਾਏ ਦਾ ਗੁਰੂ ਨੇ ਸਿੰਘਾਂ ਨੂੰ 500 ਰੁਪਏ ਭੇਟ ਕਰਕੇ ਜਸਪਤ ਦਾ ਸਿਰ ਲੈ ਲਿਆ ਅਤੇ ਉੱਥੇ ਹੀ ਸੰਸਕਾਰ ਕਰ ਦਿੱਤਾ। ਇਹ ਜਗ੍ਹਾ ਬੱਦੋ ਕੀ ਗੁਸਾਈਆਂ ਮਨੋਹਰ ਦਾਸ ਦੀ ਝਿੜੀ ਵਿਖੇ ਸੀ। ਲਖਪਤ ਨੇ ਪਿੱਛੋਂ ਇੱਥੇ ਭਰਾ ਦੀ ਸਮਾਧ ਬਣਾਈ ਅਤੇ ਲਾਗੇ ਖੂਹ ਲਵਾਇਆ। ਦੋਵੇਂ ਬਣੀਆਂ ਹੋਈਆਂ ਚੀਜ਼ਾਂ ਅੱਜ ਤੱਕ ਮੌਜੂਦ ਹਨ। ਹਾਂ, ਝਿੜੀ ਵਾਲਾ ਜੰਗਲ ਦੁਆਲਿਓਂ ਸਾਫ਼ ਹੋ ਚੁੱਕਿਆ ਅਤੇ ਜ਼ਮੀਨ ਵਾਹੀ ਬੀਜੀ ਹੇਠ ਆ ਚੁੱਕੀ ਹੈ। ਇਹ ਘਟਨਾ ਫਰਵਰੀ ਮਾਰਚ 1776 ਈਸਵੀ ਦੀ ਹੈ। ਸਿੰਘ ਜਸਪਤ ਰਾਏ ਨੂੰ ਮਾਰ ਕੇ ਐਮਨਾਬਾਦ, ਜੋ ਫੌਜਦਾਰ ਦਾ ਸਦਰ ਮੁਕਾਮ ਸੀ, ਉੱਥੇ ਜਾ ਪਏ ਅਤੇ ਸ਼ਹਿਰ ਨੂੰ ਲੁੱਟ ਪੁੱਟ ਕੇ ਮੁੜ ਰਾਵੀ ਦਰਿਆ ਦੇ ਝੱਲਾਂ ਵਿੱਚ ਅਲੋਪ ਹੋ ਗਏ। ਲਖਪਤ ਰਾਏ ਨੇ ਸਿੱਖਾਂ ਦੇ ਪੂਰਨ ਵਿਨਾਸ਼ ਦੀ ਕਸਮ ਖਾਧੀ। ਲਖਪਤ ਰਾਏ ਅਤੇ ਜਸਪਤ ਰਾਏ ਦੋਵੇਂ ਭਰਾ ਕਲਾਨੌਰ ਦੇ ਖੱਤਰੀ ਦੇ ਬੱਚੇ ਸਨ। ਛੋਟੀ ਉਮਰ ਵਿੱਚ ਹੀ ਇਹਨਾਂ ਦਾ ਬਾਪ ਮਰ ਗਿਆ ਸੀ ਅਤੇ ਵਿਧਵਾ ਮਾਂ ਦਿਨ ਕਟੀ ਲਈ ਭਰਾਵਾਂ ਪਾਸ ਲਾਹੌਰ ਆਣ ਟਿਕੀ। ਲਖਪਤ ਰਾਏ ਨੂੰ ਉਸ ਦੀ ਮਾਂ ਘੁੰਗਣੀਆਂ ਦਾ ਛਾਬਾ ਬਣਾ ਦਿੰਦੀ ਅਤੇ ਉਹ ਬਾਜ਼ਾਰ ਵਿੱਚ ਤੁਰ ਫਿਰ ਕੇ ਵੇਚ ਆਉਂਦਾ ਅਤੇ ਪੇਟ ਚਟਾਈ ਹੋ ਜਾਂਦੀ। ਦਸ਼ਮੇਸ਼ ਜੀ ਦੱਖਣ ਨੂੰ ਜਾਂਦੇ ਹੋਏ ਜਦ ਪੁਸ਼ਕਰ ਪਹੁੰਚੇ ਤਾਂ ਸੁਣ ਕੇ ਬਾਬਾ ਪ੍ਰਿਥੀ ਜੀ ਦਰਸ਼ਨਾਂ ਨੂੰ ਆਏ। ਰੱਜ ਰੱਜ ਸੇਵਾ ਕੀਤੀ। ਕਲਗੀਧਰ ਅੱਗੇ ਨੂੰ ਪਿਆਨਾ ਕਰਨ ਲੱਗੇ ਤਾਂ ਬਾਬਾ ਜੀ ਨੇ ਸੇਵਾ ਲਈ ਹੁਕਮ ਦੀ ਜਾਚਨਾ ਕੀਤੀ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਫਰਮਾਇਆ ਕਿ ਤੁਸੀਂ ਪੰਜਾਬ ਨੂੰ ਵਾਪਸ ਜਾਓ, ਸਿੱਖੀ ਦਾ ਪ੍ਰਚਾਰ ਕਰੋ ਅਤੇ ਲੰਗਰ ਚਲਾਓ। ਵਾਪਸ ਆ ਕੇ ਪੰਜਾਬ ਵਿੱਚ ਪ੍ਰਚਾਰ ਹਿੱਤ ਵਿਚਰਦੇ ਹੋਏ ਭਾਈ ਪ੍ਰਿਥੀ ਜੀ ਲਾਹੌਰ ਪਾਸ ਪਿੰਡ ਮੁਜੰਗੀ ਪਹੁੰਚੇ ਤਾਂ ਇੱਕ ਜਗ੍ਹਾ ਇੱਕ ਛੋਟੀ ਉਮਰ ਦਾ ਬਾਲਕ ਘੁੰਗਣੀਆਂ ਵੇਚਦਾ ਸੀ। ਉਹ ਲਖਪਤ ਰਾਏ ਸੀ। ਆਪ ਨੇ ਸਹਿਜ ਸੁਭਾਅ ਕਿਹਾ ਕਿ ਕਿਉਂ ਭਾਈ ਸੰਤਾਂ ਨੂੰ ਘੁੰਗਣੀਆਂ ਛਕਾਏਂਗਾ। ਲਖਪਤ ਰਾਏ ਨੇ ਬੜੀ ਉਦਾਰਤਾ ਨਾਲ ਛਾਬਾ ਅੱਗੇ ਕਰਕੇ ਆਖਿਆ, ਇਹ ਸਭ ਤੁਹਾਡਾ ਹੀ ਦਿੱਤਾ ਹੈ, ਮਨ ਭਾਉਂਦੀ ਛਕੋ। ਘਰ ਵਾਲੇ ਗੁੱਸਾ ਨਾ ਹੋਣਗੇ, ਬਾਬਾ ਪ੍ਰਿਥੀ ਜੀ ਨੇ ਕਿਹਾ। ਲਖਪਤ ਰਾਏ ਬੋਲਿਆ, ਸੰਤਾਂ ਦੀ ਸੇਵਾ ਕਰਦਿਆਂ ਜੇ ਕੋਈ ਕੁਝ ਕਹੇਗਾ ਤਾਂ ਮੈਂ ਸਿਰ ਝੱਲ ਲਵਾਂਗਾ, ਸੌਦਾ ਮਹਿੰਗਾ ਨਹੀਂ। ਆਪ ਜੀ ਨੇ ਮੁੱਠ ਕੁ ਘੁੰਗਣੀਆਂ ਲੈਂਦਿਆਂ ਕਿਹਾ, ਤੂੰ ਭਾਈ ਬੜਾ ਸਿਆਣਾ ਅਤੇ ਦਲੇਰ ਹੈ, ਦੀਵਾਨ ਬਣੇਗਾ।
बाबा प्रिथी जी दी पेशीन गोई वरदान साबित हुई। साधु बचन अटलाया। लखपत राय ਅਤੇ ਜਸਪਤ ਰਾਏ ਦੋਵੇਂ ਭਰਾ ਬੜੀ ਤੀਖਣ ਬੁੱਧੀ, ਸੋਹਣੀਆਂ ਸ਼ਕਲਾਂ ਅਤੇ ਕੱਦ ਕਾਠ ਵਾਲੇ ਸਨ। ਤਰੱਕੀ ਕਰਦੇ ਕਰਦੇ ਉੱਚੀਆਂ ਮਰਾਤਬਿਆਂ ਤੇ ਪਹੁੰਚ ਗਏ। ਜ਼ਕਰੀਆ ਖਾਨ ਸੂਬੇਦਾਰ ਲਾਹੌਰ ਦੇ ਸਮੇਂ ਲਖਪਤ ਰਾਏ ਦੀਵਾਨ ਬਣਿਆ ਅਤੇ ਜਸਪਤ ਰਾਏ ਪਹਿਲਾਂ ਜਲੰਧਰ ਦਾ ਫੌਜਦਾਰ ਅਤੇ ਫਿਰ ਐਮਨਾਬਾਦ ਦਾ ਫੌਜਦਾਰ ਨਿਯੁਕਤ ਹੋਇਆ। ਖਾਨ ਬਹਾਦਰ ਪਿੱਛੋਂ ਯਹੀਆ ਖਾਨ ਦੀ ਸਿੱਖ ਦਮਨ ਨੀਤੀ। ਲਖਪਤ ਰਾਏ ਨੂੰ ਜਦ ਭਰਾ ਦੇ ਸਿੰਘਾਂ ਨਾਲ ਲੜਦਿਆਂ ਮਰੇ ਜਾਣ ਦੀ ਖਬਰ ਮਿਲੀ ਤਾਂ ਹੋਸ਼ ਹਵਾਸ ਖੋ ਬੈਠਾ। ਰੋਂਦਾ ਪਿੱਟਦਾ ਯਹੀਆ ਖਾਨ ਪਾਸ ਜਾ ਕੇ ਪੱਗ ਲਾ ਕੇ ਉਸ ਦੇ ਅੱਗੇ ਭੁੰਜੇ ਸੁੱਟ ਕੇ ਕਿਹਾ ਕਿ ਇਹ ਸਭ ਤੁਹਾਡੇ ਬਣਾਇਆ ਹੀ ਬੰਨੇਗਾ ਅਤੇ ਬੰਨਾਂਗਾ ਸਿੱਖਾਂ ਦਾ ਜਹਾਨ ਚੋਂ ਤਲਾ ਮੂਲ ਪੱਟ ਕੇ ਹੀ। ਯਹੀਆ ਖਾਨ ਨੂੰ ਹੋਰ ਕੀ ਚਾਹੀਦਾ ਸੀ। ਉਸਨੇ ਹਰ ਤਰ੍ਹਾਂ ਦੀ ਇਮਦਾਦ ਦਾ ਭਰੋਸਾ ਦਿਵਾਇਆ ਕਿ ਮੈਂ ਤਾਂ ਖੁਦ ਇਹੋ ਚਾਹੁੰਦਾ, ਜੇ ਤੂੰ ਇਸ ਦਾ ਬੀੜਾ ਚੁੱਕਿਆ ਤਾਂ ਹੋਰ ਕੀ ਚਾਹੀਦਾ। ਮੂੰਹ ਮੰਗ ਕੇ ਫੌਜ ਦੀ ਸਹਾਇਤਾ ਲਓ। ਗੁੱਸੇ ਵਿੱਚ ਇਨਸਾਨ ਅੱਧਾ ਪਾਗਲ ਹੋ ਜਾਂਦਾ ਹੈ। ਕ੍ਰੋਧ ਦੀ ਅੱਗ ਵਿੱਚ ਮੱਚਦੇ ਨੇ ਇਹ ਕਸਮ ਖਾ ਲਈ ਕਿ ਮੈਂ ਹੁਣ ਸਿੱਖ ਪੰਥ ਦਾ ਮੁਕੰਮਲ ਖਾਤਮਾ ਕਰਕੇ ਹੀ ਦਮ ਲਵਾਂਗਾ। ਉਹ ਆਪਣੀ ਗਲਤ ਸੋਚ ਕਰਕੇ ਸਮਝਦਾ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਹੁਣ ਤੱਕ ਬਚੇ ਹੋਏ ਹਨ, ਨਹੀਂ ਤਾਂ ਜੇ ਮੈਂ ਮਿਟਾਉਣੇ ਚਾਹਾਂ ਤਾਂ ਇਹ ਬਚ ਨਹੀਂ ਸਕਦੇ। ਹੰਕਾਰ ਵਿੱਚ ਅੰਨੇ ਹੋਏ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਖੱਤਰੀ ਨੇ ਹੀ ਇਹ ਉਸ਼ਟੰਡ ਚਲਾਇਆ ਸੀ ਅਤੇ ਹੁਣ ਇੱਕ ਖੱਤਰੀ ਦੇ ਹੱਥੋਂ ਹੀ ਮੁੱਕੇਗਾ। ਸਿੱਖਾਂ ਦਾ ਇੱਕ ਵੱਡੇ ਕਤਲਾਮ ਦਾ ਹੁਕਮ। ਲਖਪਤ ਰਾਏ ਨੇ ਆਪਣੇ ਬੋਲ ਪਗਾਉਣ ਲਈ ਯਹੀਆ ਖਾਨ ਪਾਸੋਂ ਸਿੱਖਾਂ ਦੀ ਇੱਕ ਵੱਡੇ ਕਤਲਾਮ ਦਾ ਹੁਕਮ ਲੈ ਲਿਆ। ਲਾਹੌਰ ਸ਼ਹਿਰ ਅਤੇ ਪਿੰਡਾਂ ਵਿੱਚ ਡੌਂਡੀ ਪਟਵਾ ਦਿੱਤੀ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਫੌਰਨ ਥਾਂ ਤੇ ਮਾਰ ਦਿੱਤਾ ਜਾਵੇ। ਉਸ ਦਾ ਘਰ ਘਾਟ ਮਾਰਨ ਵਾਲੇ ਦਾ ਹੋਵੇਗਾ। ਜਿਹੜਾ ਵੀ ਗੁਰੂ ਗੋਬਿੰਦ ਸਿੰਘ ਦਾ ਨਾਮ ਲਵੇ ਉਸ ਨੂੰ ਤੁਰੰਤ ਕਤਲ ਕਰ ਦਿੱਤਾ ਜਾਵੇ। ਸਿੱਖਾਂ ਦੇ ਸਿਰਾਂ ਦਾ ਇਨਾਮ ਦਿੱਤਾ ਜਾਵੇਗਾ। ਸਾਰੇ ਪੰਜਾਬ ਵਿੱਚ ਸਿੱਖਾਂ ਦਾ ਕਤਲਾਮ ਸ਼ੁਰੂ ਹੋ ਗਿਆ। ਹੁਣ ਤੀਕ ਤਾਂ ਸਿਰਫ ਖਾੜਕੂ ਸਿੰਘਾਂ ਨੂੰ ਹੀ ਕਤਲ ਕੀਤਾ ਜਾਂਦਾ ਸੀ, ਪਰ ਲਖਪਤ ਰਾਏ ਨੇ ਸਿੱਖਾਂ ਦਾ ਕਤਲਾਮ ਵੀ ਆਰੰਭ ਕਰ ਦਿੱਤਾ। ਇਸ ਹੁਕਮ ਦਾ ਸਾਰੇ ਇਸ਼ਤਿਹਾਰ ਫੇਰ ਦਿੱਤਾ ਕਿ ਕੋਈ ਆਦਮੀ ਗੁੜ ਨਾ ਕਹੇ ਭੇਲੀ ਕਹੇ, ਕਿਉਂ ਜੋ ਗੁੜ ਕਿਹਾ ਗੁਰੂ ਚੇਤੇ ਆਉਂਦਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਨਾ ਕਹੇ ਪੋਥੀ ਕਹੇ। ਗੁਰਦੁਆਰੇ ਢਾਹ ਦਿੱਤੇ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਸੈਂਚੀਆਂ ਖੂਹਾਂ ਵਿੱਚ ਸੁਟਵਾ ਦਿੱਤੀਆਂ। ਸਾੜੀਆਂ ਵੀ ਗਈਆਂ। ਜਿੱਥੇ ਵੀ ਕਿਤੇ ਕੋਈ ਸਿੱਖ ਦਾ ਚਿੰਨ੍ਹ ਨਜ਼ਰ ਆਇਆ ਖਤਮ ਕਰ ਦਿੱਤਾ ਗਿਆ। ਇਹ ਕਤਲਾਮ ਸਭ ਤੋਂ ਪਹਿਲਾਂ ਲਾਹੌਰੋਂ ਆਰੰਭ ਹੋਇਆ। ਜਿੰਨੇ ਸਿੱਖ ਸਰਕਾਰੀ ਚਾਕਰੀ ਵਿੱਚ ਸਨ ਫੜ ਲਏ ਗਏ। ਇਹਨਾਂ ਵਿੱਚ ਹੀ ਲਾਹੌਰ ਦਾ ਕੋਤਵਾਲ ਸਰਦਾਰ ਸੁਭੇਗ ਸਿੰਘ ਜੰਬਰ ਅਤੇ ਉਸ ਦਾ ਪੁੱਤਰ ਸ਼ਹਿਬਾਜ਼ ਸਿੰਘ ਫੜ ਮੰਗਵਾਏ। ਲਾਹੌਰ ਵਿੱਚ ਰਹਿੰਦੇ ਹੋਰ ਗੁਰਮੁਖ ਸਿੱਖ ਜਿਨ੍ਹਾਂ ਉੱਤੇ ਜ਼ਕਰੀਆ ਖਾਨ ਦਾ ਯਹੀਆ ਖਾਨ ਦੀ ਸਰਕਾਰ ਨੇ ਕਦੀ ਵੀ ਸ਼ੱਕ ਨਹੀਂ ਸੀ ਕੀਤਾ, ਸਭ ਫੜ ਲਏ ਗਏ। ਦਲ ਖਾਲਸਾ ਦੇ ਜੰਗੀ ਸਿੰਘ ਤਾਂ ਸਰਕਾਰ ਵੱਲੋਂ ਬਾਗੀ ਸਮਝੇ ਜਾਂਦੇ ਅਤੇ ਕਤਲ ਹੁੰਦੇ ਰਹੇ, ਪਰ ਇਸ ਵਾਰ ਤਾਂ ਸਿੱਖ ਹੋਣਾ ਹੀ ਜੁਰਮ ਕਰਾਰ ਕਰ ਦਿੱਤਾ ਗਿਆ ਅਤੇ ਬਾਗੀਆਂ ਵਾਂਗ ਕਤਲ ਦਾ ਹੁਕਮ। ਜਾਨ ਬਚਾਉਣ ਦਾ ਇੱਕੋ ਇੱਕ ਢੰਗ ਸੀ ਕਿ ਇਸਲਾਮ ਧਾਰਨ ਕਰ ਲਿਆ ਜਾਵੇ, ਪਰ ਜਾਨ ਨਾਲੋਂ ਧਰਮ ਪਿਆਰਾ ਸਮਝਣ ਵਾਲੇ ਕਦ ਇਸ ਰਾਹ ਪੈਂਦੇ ਹਨ। ਸੋ ਫੜੇ ਹੋਏ ਸਿੱਖਾਂ ਦੇ ਕਤਲ ਦਾ ਹੁਕਮ ਲਖਪਤ ਰਾਏ ਵੱਲੋਂ ਦਿੱਤਾ ਗਿਆ। ਸ਼ਹਿਰ ਦੀਆਂ ਨਾਮਵਰ ਹਸਤੀਆਂ ਜਿਵੇਂ ਦੀਵਾਨ ਕੌੜਾ ਮੱਲ, ਕੁਜਾਹੀ ਮੱਲ, ਕਸ਼ਮੀਰੀ ਮੱਲ ਖੁਰਾਣਾ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਹਰੀ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ ਅਤੇ ਭਾਈ ਦੇਸ ਰਾਜ ਸਮੇਤ ਸ਼ਹਿਰ ਦੇ ਬਹੁਤ ਸਾਰੇ ਸਾਧੂ ਸੰਤ ਅਤੇ ਪੀਰ ਫਕੀਰ ਲਖਪਤ ਰਾਏ ਪਾਸ ਮੇਲਾ ਬਣਾ ਕੇ ਆਏ ਕਿ ਤੂੰ ਇਹਨਾਂ ਬਦੋਸ਼ੀਆਂ ਸਿੰਘਾਂ ਨੂੰ ਕਿਉਂ ਮਾਰਦਾ। ਇਹ ਤਾਂ ਬਿਲਕੁਲ ਅਮਨ ਪਸੰਦ ਲੋਕ ਹਨ ਅਤੇ ਧਰਮ ਦੀ ਕਿਰਤ ਕਰਕੇ ਗੁਜਰਾਨ ਕਰਦੇ ਹਨ। ਇਹਨਾਂ ਨੂੰ ਮਾਫ਼ ਕਰਕੇ ਛੱਡ ਦਿੱਤਾ ਜਾਵੇ। ਇਹਨਾਂ ਬਦੋਸ਼ੀਆਂ ਨੂੰ ਮਾਰਨ ਦਾ ਉਪਦਰਵ ਨਾ ਕਰ। ਜਿੰਨਾ ਤੇਰਾ ਭਰਾ ਮਾਰਿਆ ਹੈ ਉਹਨਾਂ ਨਾਲ ਜਿਵੇਂ ਮਰਜ਼ੀ ਕਰ ਲੈ। ਪਰ ਉਸ ਨੇ ਇੱਕ ਨਾ ਮੰਨੀ ਅਤੇ ਸਭ ਨੂੰ ਕਤਲ ਕਰਵਾ ਦੇਣ ਦਾ ਹੁਕਮ ਅਟੱਲ ਰੱਖਿਆ। ਇਸ ਸਮੇਂ ਭਾਈ ਪ੍ਰਿਥੀ ਜੀ ਦੀ ਥਾਂ ਭਾਈ ਜਗਤ ਭਗਤ ਜੀ ਗੱਦੀ ਤੇ ਸਨ। ਲੋਕਾਂ ਨੂੰ ਫੁਰਿਆ ਤੇ ਲਖਪਤ ਰਾਏ ਦੇ ਗੁਰੂ ਭਾਈ ਜਗਤ ਭਗਤ ਮਾਣਕ ਵਾਲੇ ਨੂੰ ਜਾ ਕਿਹਾ ਕਿ ਲਖਪਤ ਰਾਏ ਫੜੇ ਹੋਏ ਸਿੱਖਾਂ ਨੂੰ ਚੇਤ ਦੀ ਸਮਾਵਤੀ ਮੱਸਿਆ ਵਾਲੇ ਦਿਨ ਮਰਵਾ ਦੇਣਾ ਚਾਹੁੰਦਾ ਹੈ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਆਏ।
ਲਾਹੌਰ ਵਾਸੀਆਂ ਨੇ ਭਾਈ ਜੀ ਦੀ ਜ਼ੁਬਾਨੀ ਲਖਪਤ ਰਾਏ ਨੂੰ ਇਸ ਘੋਰ ਪਾਪ ਤੋਂ ਵਰਜਣਾ ਚਾਹਿਆ, ਪਰ ਲਖਪਤ ਰਾਏ ਜੋ ਲੋਹੇ ਦਾ ਥੰਮ ਬਣਿਆ ਹੋਇਆ ਸੀ, ਕਦ ਇਹਨਾਂ ਨੂੰ ਮੰਨਣ ਵਾਲਾ ਸੀ, ਸਗੋਂ ਅੱਗੋਂ ਸੰਤਾਂ ਨੂੰ ਬੜੀ ਕਠੋਰਤਾ ਨਾਲ ਕਹਿਣ ਲੱਗਾ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ, ਤੁਸੀਂ ਡੇਰੇ ਹੀ ਬੈਠਿਆ ਕਰੋ। ਜਦ ਉਹਨਾਂ ਦੀ ਇਹ ਵੀ ਨਾ ਮੰਨੀ ਗਈ ਕਿ ਘੱਟ ਤੋਂ ਘੱਟ ਇਹਨਾਂ ਨੂੰ ਸਮਾਵਤੀ ਮੱਸਿਆ ਵਾਲੇ ਦਿਨ ਨਾ ਮਾਰੋ, ਉਸ ਨੇ ਇਹ ਵੀ ਠੁਕਰਾ ਦਿੱਤਾ ਅਤੇ ਆਕੜ ਨਾਲ ਹੀ ਬੋਲਿਆ ਕਿ ਸੰਤਾਂ ਨੇ ਕਿਹਾ, ਜਿਸ 'ਚ ਪਾਣੀਓ ਉੱਗੀ ਹੈ ਉਸੇ ਪਾਣੀ ਮਾਰਾਂਗੇ, ਅਤੇ ਆਪ ਮਾਣਕ ਨੂੰ ਵਾਪਸ ਮੁੜ ਗਏ। ਲਾਹੌਰ ਸ਼ਹਿਰ ਵਿੱਚ ਫੜੇ ਗਏ ਸਾਰੇ ਸਿੱਖ ਚੇਤ ਸਮਾਵਤੀ ਅਮਾਵਸ 1746 ਈਸਵੀ ਮੁਤਾਬਕ 13 ਚੇਤ 1802 ਬਿਕਰਮੀ ਦੇ ਦਿਨ ਨਖਾਸ ਚੌਂਕ ਸ਼ਹੀਦਗੰਜ ਵਿੱਚ ਕਤਲ ਕਰਵਾ ਦਿੱਤੇ ਗਏ। ਇਸ ਤੋਂ ਬਿਨਾਂ ਲਖਪਤ ਰਾਏ ਨੇ ਹੁਕਮ ਦੇ ਕੇ ਪ੍ਰਬੰਧ ਕੀਤਾ ਹੋਇਆ ਸੀ ਕਿ ਇਸ ਸਮਾਵਤੀ ਮੱਸਿਆ ਵਾਲੇ ਦਿਨ ਬਹੁਤ ਲੋਕ ਇਸ਼ਨਾਨ ਕਰਨ ਆਉਣਗੇ, ਉਹਨਾਂ ਵਿੱਚ ਸਾਰੇ ਸਿੱਖ ਫੜ ਲੱਗੇ ਮਾਰ ਦਿੱਤੇ ਜਾਣ। ਇਸ ਤੋਂ ਬਿਨਾਂ ਉਸ ਨੇ ਪੁਲਿਸ ਅਤੇ ਫੌਜ ਭੇਜ ਕੇ ਪਿੰਡਾਂ ਵਿੱਚੋਂ ਵਿਸਰ ਭੋਲੇ ਬੈਠੇ ਸਿੱਖ ਟੱਬਰਾਂ ਸਮੇਤ ਫੜ ਮੰਗਵਾਏ ਅਤੇ ਨਿਖਾਸ ਚੌਂਕ ਵਿੱਚ ਸਭ ਮੌਤ ਦੇ ਘਾਟ ਉਤਾਰ ਦਿੱਤੇ। ਇਸ ਤਰ੍ਹਾਂ ਲਾਹੌਰ ਅਤੇ ਸਾਰੇ ਮਾਝੇ ਵਿੱਚ ਕੋਈ ਸਿੱਖ ਅਖਵਾਉਣ ਵਾਲਾ ਨਾ ਰਿਹਾ। ਜੇ ਕੋਈ ਪਹਿਲਾਂ ਸੂਹ ਮਿਲਣ ਕਰਕੇ ਬਚ ਨਿਕਲਿਆ, ਜੰਗਲੀ ਝੱਲੀ ਜਾ ਲੁਕਿਆ। ਲਖਪਤ ਰਾਏ ਦਾ ਸਿੰਘਾਂ ਮਗਰ ਲੱਗਣਾ। ਜਸਪਤ ਰਾਏ ਆਪਣੇ ਵਿਆਹ ਦੇ ਅਕੜੇਵੇਂ ਕਰਕੇ ਸਿੰਘਾਂ ਦੇ ਗਲ ਪਿਆ ਸੀ ਅਤੇ ਬਦੋ-ਬਦੀ ਇਹ ਲੜਾਈ ਉਸ ਨੇ ਉਹਨਾਂ ਦੇ ਗਲ ਪਾਈ ਸੀ। ਦਲ ਖਾਲਸਾ ਜਸਪਤ ਰਾਏ ਨੂੰ ਕਤਲ ਕਰਕੇ ਐਮਨਾਬਾਦ ਤੇ ਜਾ ਪਿਆ ਅਤੇ ਸ਼ਹਿਰ ਨੂੰ ਚੰਗੀ ਤਰ੍ਹਾਂ ਲੁੱਟ ਕੇ ਦਰਿਆ ਰਾਵੀ ਦੀ ਝੱਲ ਵਿੱਚ ਆ ਵੜਿਆ। ਲਖਪਤ ਰਾਏ ਸ਼ਹਿਰੀ ਸਿੱਖਾਂ ਦੇ ਕਤਲਾਮ ਤੋਂ ਵਿਹਲਾ ਹੋ ਕੇ ਦਲ ਖਾਲਸੇ ਦੇ ਵਿਨਾਸ਼ ਲਈ ਚੜ੍ਹਿਆ। ਇਸ ਵੇਲੇ ਸਭ ਸਿੰਘ ਰਾਵੀ ਦੀਆਂ ਝੱਲਾਂ ਵਿੱਚ ਲੁਕੇ ਹੋਏ ਸਨ। ਇਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਨੌਧ ਸਿੰਘ ਸ਼ੁਕਰਚੱਕੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਆਦਿ ਉੱਘੇ ਜਥੇਦਾਰ ਸਨ। ਲਖਪਤ ਰਾਏ ਨੇ ਪੰਜਾਬ ਦੀ ਸਾਰੀ ਸ਼ਾਹੀ ਫੌਜ ਸਮੇਤ ਤੋਪਖਾਨੇ ਦੇ ਇਕੱਠੀ ਕੀਤੀ। ਇਲਾਕੇ ਦੇ ਸਭ ਫੌਜਦਾਰ ਅਤੇ ਚੌਧਰੀ ਆਪਣੀਆਂ ਧਾੜਾਂ ਲੈ ਕੇ ਨਾਲ ਆ ਮਿਲੇ। ਲਖਪਤ ਰਾਏ ਇਹ ਟਿੱਡੀ ਦਲ ਲੈ ਕੇ ਇਸ ਸਿਰਿਓਂ ਝੱਲਾਂ ਨੂੰ ਝਾੜਨ ਲੱਗ ਪਿਆ। ਸਿੰਘ ਝੱਲੋ ਝੱਲੀ ਹੌਲੀ ਹੌਲੀ ਅੱਗੇ ਵਧਦੇ ਜਾਂਦੇ ਸਨ ਅਤੇ ਲਖਪਤ ਰਾਏ ਹਾਥੀ ਤੇ ਬੈਠਾ ਮਗਰ ਮਗਰ ਵਧਿਆ ਜਾ ਰਿਹਾ ਸੀ। ਕਈ ਵਾਰ ਆਪਸ ਵਿੱਚ ਲੜਾਈ ਵੀ ਹੋਈ, ਪਰ ਬਹੁਤਿਆਂ ਅੱਗੇ ਥੋੜਿਆਂ ਦੀ ਕੀ ਪੇਸ਼ ਜਾ ਸਕਦੀ ਹੈ। ਸਿੰਘਾਂ ਪਾਸ ਨਾ ਕੋਈ ਰਸਦ ਦਾਣੇ ਦਾ ਸਮਾਨ ਸੀ ਅਤੇ ਨਾ ਹੀ ਗੋਲੀ ਬਰੂਦ। ਇੱਕ ਹਿਸਾਬ ਨਾਲ ਇਹ ਬਿਲਕੁਲ ਅਸਾਵੀਂ ਲੜਾਈ ਸੀ। ਸਿੰਘਾਂ ਪਾਸ ਹਠ, ਅਣਖ, ਦਲੇਰੀ ਅਤੇ ਹਰ ਹਾਲਤ ਵਿੱਚ ਆਪਣੀ ਜਿੱਤ ਦਾ ਨਿਸ਼ਚਾ ਵੱਡੇ ਹਥਿਆਰ ਸਨ। ਲਖਪਤ ਰਾਏ ਦੀ ਫੌਜ ਝੱਲ ਨੂੰ ਘੇਰਾ ਪਾ ਕੇ ਤੋਪਾਂ ਜੰਬੂਰਿਆਂ ਨਾਲ ਗੋਲੇ ਵਰਾਉਂਦੀ। ਅੱਗੋਂ ਸੰਗਵਾਂ ਜਵਾਬ ਦੇਣ ਲਈ ਸਿੰਘਾਂ ਪਾਸ ਕੋਈ ਤੋਪ, ਜੰਬੂਰਾ ਜਾਂ ਰੈਕਲਾ ਨਹੀਂ ਸੀ। ਜਿੱਧਰ ਗੋਲੇ ਡਿੱਗਦੇ ਉਹ ਪਾਸਾ ਛੱਡ ਕੇ ਦੂਜੇ ਪਾਸੇ ਹੋ ਕੇ ਬੜੀ ਤੇਜ਼ੀ ਨਾਲ ਵੈਰੀ ਫੌਜ ਤੇ ਛਾਪਾ ਮਾਰ ਕੇ 2.5 ਫੁੱਟਾਂ ਵਾਲੀ ਲੜਾਈ ਕਰਦੇ ਹੋਏ ਨੁਕਸਾਨ ਕਰਕੇ ਮੁੜ ਝੱਲ ਵਿੱਚ ਜਾ ਵੜਦੇ। ਸਰਦਾ ਤਾਂ ਗੋਲੀ ਬਰੂਦ ਬਿਨਾਂ ਵੀ ਨਹੀਂ ਸੀ, ਪਰ ਢਿੱਡ ਨੂੰ ਝੁਲਕਾ ਦੇਣ ਲਈ ਵੀ ਤਾਂ ਕੁਝ ਪ੍ਰਬੰਧ ਹੋਵੇ। ਸਾਰਾ ਦੇਸ਼ ਵੈਰੀ ਗੋਲੀ ਬਰੂਦ ਅਤੇ ਖਾਣ ਪੀਣ ਨੂੰ ਕਿੱਥੋਂ ਮਿਲੇ। ਜੋ ਕੁਝ ਪਾਸ ਸੀ ਉਹ ਮੁੱਕ ਚੁੱਕਾ ਸੀ। ਸਿਰਫ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਸੀ। ਝੱਲ ਵਿੱਚੋਂ ਜੋ ਕੁਝ ਮਿਲਦਾ ਖਾ ਕੇ ਗੁਜ਼ਾਰਾ ਕਰਦੇ, ਪਰ ਆਪਣੀ ਅਣਖ ਤੇ ਡਟੇ ਰਹੇ। ਜਦ ਵੇਖਦੇ ਕਿ ਇਸ ਝੱਲ ਵਿੱਚ ਹੋਰ ਅਟਕਣਾ ਔਖਾ ਹੈ ਤਾਂ ਅਗਲੇ ਝੱਲ ਵਿੱਚ ਜਾ ਵੜਦੇ। ਇਸ ਤਰ੍ਹਾਂ ਹੌਲੀ ਹੌਲੀ ਦਰਿਆ ਰਾਵੀ ਦੇ ਸੱਜੇ ਕੰਢੇ ਪਹਾੜ ਵੱਲ ਨੂੰ ਵੱਧਦੇ ਜਾਂਦੇ ਸਨ। ਇੱਕ ਦਿਨ ਸਿੰਘਾਂ ਨੇ ਵੈਰੀ ਫੌਜ ਉੱਤੇ ਲੌਡੇ ਵੇਲੇ ਹੱਲਾ ਬੋਲ ਦਿੱਤਾ। ਥੋੜੇ ਸਮੇਂ ਦੀ ਲੜਾਈ ਵਿੱਢ ਕੇ ਸਿੰਘ ਪਿਛਾਂਹ ਨੂੰ ਵਾਂਗਾ ਮੋੜ ਕੇ ਨੱਸ ਉੱਠੇ। ਦੁਸ਼ਮਣ ਨੇ ਸਮਝਿਆ ਕਿ ਸਿੱਖ ਮੈਦਾਨ ਛੱਡ ਕੇ ਜਾਨਾਂ ਬਚਾਉਣ ਲਈ ਦੂਰ ਨਿਕਲ ਗਏ ਸਨ, ਸੋ ਉਹ ਅਵੇਸਲੇ ਹੋ ਗਏ, ਪਰ ਸਿੰਘਾਂ ਆਪਣੇ ਦਾਅ ਤੇ ਸਨ। ਅੱਧੀ ਕੁ ਰਾਤ ਨੂੰ ਉਹਨਾਂ ਲਖਪਤ ਰਾਏ ਦੀ ਫੌਜ ਤੇ ਬੜਾ ਭਰਪੂਰ ਹੱਲਾ ਕੀਤਾ। ਫੌਜ ਵਿੱਚ ਹਲਚਲ ਮਚ ਗਈ। ਕਿਸੇ ਨੂੰ ਇੱਕ ਦੂਜੇ ਦੀ ਸੁੱਧ ਲੈਣ ਦੀ ਸੁਰਤ ਨਾ ਰਹੀ। ਬਹੁਤ ਸਾਰੇ ਹਨੇਰੇ ਵਿੱਚ ਆਪੋ ਵਿੱਚ ਜੁਟ ਪਏ ਅਤੇ ਕੱਟ ਮਰੇ। ਅਨੇਕਾਂ ਖਾਲਸੇ ਦੀ ਤੇਗ ਭੇਟ ਹੋ ਗਏ। ਫੌਜ ਦੇ ਸੰਭਲਣ ਤੇ ਤਿਆਰ ਹੋਣ ਤੱਕ ਸਿੰਘ ਸੈਂਕੜਿਆਂ ਨੂੰ ਕਤਲ ਕਰਕੇ ਅਤੇ ਘੋੜੇ ਖੋਹ ਕੇ ਜਿੱਧਰੋਂ ਆਏ ਸਨ ਉਧਰ ਹੀ ਗਾਇਬ ਹੋ ਗਏ। ਇਸ ਸਭ ਖੂਨ ਨੇ, ਜਿਸ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ, ਵੈਰੀ ਫੌਜ ਦੇ ਹੌਸਲੇ ਨੂੰ ਪਸਤ ਕਰ ਦਿੱਤਾ।
ਲਖਪਤ ਰਾਏ ਨੇ ਵੱਡੇ ਵੱਡੇ ਇਨਾਮਾਂ ਦਾ ਲਾਲਚ ਦੇ ਕੇ ਫੇਰ ਫੌਜਾਂ ਦੀ ਢਾਰਸ ਬਣਾਈ ਅਤੇ ਅੱਗੇ ਨਾਲੋਂ ਉਹ ਵਧੇਰੇ ਗੋਲਾਬਾਰੀ ਕਰਨ ਲੱਗਾ। ਸਿੰਘਾਂ ਇਹ ਛਾਪਾ ਮਾਰ ਕੇ ਮੁੜ ਝੱਲ ਵਿੱਚ ਜਾ ਵੜੇ। ਉਹਨਾਂ ਦਾ ਖਿਆਲ ਸੀ ਕਿ ਲਖਪਤ ਰਾਏ 4 ਕੁ ਦਿਨ ਝੱਖ ਮਾਰ ਕੇ ਲਾਹੌਰ ਵਾਪਸ ਮੁੜ ਜਾਵੇਗਾ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਬੇਰੀ ਦਾ ਛਾਪਾ ਬਣ ਕੇ ਐਸਾ ਚਿੰਬੜੇਗਾ ਕਿ ਮਗਰੋਂ ਲੈਣ ਵਿੱਚ ਨਹੀਂ ਆਵੇਗਾ। ਨਹੀਂ ਤਾਂ ਇਸ ਵੇਲੇ ਝੱਲ ਚੋਂ ਨਿਕਲ ਕੇ ਦਰਿਆ ਟੱਪ ਕੇ ਦੁਆਬੇ ਮਾਲਵੇ ਬੜੀ ਆਸਾਨੀ ਨਾਲ ਜਾ ਸਕਦੇ ਸਨ। ਜਦ ਲਖਪਤ ਰਾਏ ਨੇ ਪਿੱਛਾ ਨਾ ਛੱਡਿਆ ਤਾਂ ਸਿੰਘਾਂ ਨੇ ਸੋਚਿਆ ਕਿ ਪੜੋਲ ਕੋਠੀਏ ਵੱਲ ਵੱਧ ਚਲੋ। ਇਸ ਸਾਰੇ ਪਹਾੜੀ ਖੇਤਰ ਵਿੱਚ ਹਿੰਦੂਆਂ ਦੀ ਵਸੋਂ ਹੈ। ਇਹਨਾਂ ਦੇ ਸਿਰੋਂ ਆਸਾਂ ਤੁਰਕਾਂ ਦੀ ਜ਼ੁਲਮੀ ਛੱਟ ਲਾਈ ਹੋਈ ਹੈ, ਇਸ ਲਈ ਇਹ ਲਾਜ਼ਮੀ ਸਾਡੀ ਸਹਾਇਤਾ ਕਰਨਗੇ। ਪਰ ਖਾਲਸੇ ਨੇ ਇਹ ਨਾ ਸਮਝਿਆ ਕਿ ਯਹੀਆ ਖਾਨ ਦਾ ਹੱਥ ਠੇਕਾ ਬਣ ਕੇ ਇੱਕ ਹਿੰਦੂ ਲਖਪਤ ਰਾਏ ਸਾਡੀ ਮੁਕੰਮਲ ਤਬਾਹੀ ਕਰਨ ਲਈ ਲੱਕ ਬੰਨੀ ਹੱਥ ਧੋ ਕੇ ਮਗਰ ਲੱਗਾ ਆ ਰਿਹਾ ਹੈ ਤਾਂ ਅੱਗੇ ਪਹਾੜੀ ਹਿੰਦੂ ਕਦ ਮਿੱਤਰ ਬਣਨ ਲੱਗੇ ਹਨ। ਅੱਗੇ ਲਖਪਤ ਰਾਏ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। ਉਸਨੇ ਉਹਨਾਂ ਪਹਾੜੀਆਂ ਨੂੰ ਹੁਕਮ ਭੇਜ ਕੇ ਪਹਿਲਾਂ ਹੀ ਆਪਣੇ ਨਾਲ ਗੰਢ ਲਿਆ ਹੋਇਆ ਸੀ। ਲਾਹੌਰ ਦਰਬਾਰ ਵੱਲੋਂ ਕਰੜਾ ਹੁਕਮ ਭਿਜਵਾ ਛੱਡਿਆ ਸੀ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ। ਸਿੱਖਾਂ ਦੀ ਸਹਾਇਤਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਅਤੇ ਸਿੱਖ ਮਾਰਨ ਵਾਲੇ ਨੂੰ ਇਨਾਮ ਦਾ ਹੁਕਮ ਪਹਾੜੀਆਂ ਤੱਕ ਪੁੱਜ ਚੁੱਕਾ ਸੀ। ਪਹਾੜੀਆਂ ਦਾ ਸਿੰਘਾਂ ਨਾਲ ਧਰੋਹ। ਲਖਪਤ ਰਾਏ ਦੇ ਇਸ ਅਗਾਊਂ ਕੀਤੇ ਪ੍ਰਬੰਧ ਦਾ ਸਿੰਘਾਂ ਨੂੰ ਕੋਈ ਪਤਾ ਨਹੀਂ ਸੀ। ਸਿੰਘ ਪਹਾੜਾਂ ਤੇ ਚੜ੍ਹਨ ਲੱਗੇ ਅਤੇ ਅੱਗੇ ਪਹਾੜੀਆਂ ਦੇ ਪਰੇ ਨਜ਼ਰ ਆਏ। ਇਹਨਾਂ ਸਮਝਿਆ ਕਿ ਕਿਤੇ ਅਹਿਸਾਨਾਂ ਦਾ ਮੁੱਲ ਚੁਕਾਉਣ ਲਈ ਸਾਨੂੰ ਅੱਗੋਂ ਲੈਣ ਲਈ ਆਏ ਹਨ, ਸੋ ਬੇਧੜਕ ਹੋ ਕੇ ਉਹਨਾਂ ਵੱਲ ਵੱਧ ਨਿਕਲੇ। ਜੋ ਉਹਨਾਂ ਦੇ ਕਾਬੂ ਆਏ ਉਹਨਾਂ ਉਸ ਵੇਲੇ ਮਾਰ ਦਿੱਤੇ। ਜੋ ਮਗਰ ਆ ਰਹੇ ਸਨ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ। ਹੁਣ ਸਿੰਘਾਂ ਨੂੰ ਸੋਝੀ ਪਈ ਕਿ ਅਸੀਂ ਤਾਂ ਕੁਥਾਂ ਆ ਫਸੇ ਹਾਂ। ਸਿੰਘਾਂ ਸਿਰ ਘੋਰ ਬਿਪਤਾ। ਕੌਣ ਸਿੰਘਾਂ ਦੀ ਉਸ ਸਮੇਂ ਸਿਰ ਪਈ ਬਿਪਤਾ ਦਾ ਅਨੁਮਾਨ ਲਾ ਸਕਦਾ? ਸਾਹਮਣੇ ਪਹਾੜ ਹੈ ਜਿਸ ਉੱਤੇ ਇਨਾਮਾਂ ਦੇ ਲਾਲਚ ਵਿੱਚ ਗਰਸੇ ਹੋਏ ਪਹਾੜੀਏ ਹਥਿਆਰ ਚੁੱਕੀ ਲੜਨ ਲਈ ਤਿਆਰ ਖੜੇ ਹਨ। ਪਿੱਛੇ ਲਖਪਤ ਰਾਏ ਫੌਜ ਨਾਲ ਗੋਲਾਬਾਰੀ ਕਰਦਾ ਚੜ੍ਹਿਆ ਆ ਰਿਹਾ ਹੈ। ਚੜ੍ਹਦੇ ਪਾਸੇ ਰਾਵੀ ਦਰਿਆ ਠਾਠਾਂ ਮਾਰ ਰਿਹਾ ਸੀ। ਸਿੰਘ ਤਿੰਨਾਂ ਪਾਸਿਆਂ ਤੋਂ ਬੁਰੀ ਤਰ੍ਹਾਂ ਘਿਰੇ ਹੋਏ ਸਨ। ਸਲਾਹ ਇਹ ਹੋਈ ਕਿ ਰਾਵੀ ਟੱਪ ਕੇ ਮਾਝੇ ਦੁਆਬ ਵੱਲ ਖਿੰਡ ਜਾਈਏ, ਫਿਰ ਕਦੇ ਇਕੱਠੇ ਹੋ ਕੇ ਲੱਖੂ ਨਾਲ ਨਿਬੜ ਲਵਾਂਗੇ। ਪਰ ਰਾਵੀ ਦਾ ਬਹਾਓ ਇਸ ਥਾਂ ਐਸਾ ਤਿੱਖਾ ਸੀ ਕਿ ਕੋਈ ਵੀ ਠਿੱਲ ਕੇ ਪਾਰ ਨਹੀਂ ਸੀ ਲੱਗ ਸਕਦਾ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਦੇ 2 ਭਰਾਵਾਂ ਨੇ ਹਿੰਮਤ ਕਰਕੇ ਘੋੜਾ ਦਰਿਆ ਵਿੱਚ ਸੁੱਟੇ ਕਿ ਗਾਹਣ ਦਾ ਪਤਾ ਕੀਤਾ ਜਾਵੇ ਅਤੇ ਆਪਣੇ ਭਰਾਵਾਂ ਨੂੰ ਬਚਾ ਕੇ ਲੈ ਨਿਕਲੀਏ। ਪਰ ਨਾ ਘੋੜਿਆਂ ਦਾ ਪਤਾ ਲੱਗਾ ਨਾ ਸਿੰਘਾਂ ਦਾ। ਅੰਤ ਇਹ ਸਲਾਹ ਵੀ ਛੱਡ ਦਿੱਤੀ। ਸਿੰਘ ਪਹਾੜ ਉੱਤੇ ਪੈਦਲ ਚੜ੍ਹੇ। ਹੁਣ ਅੱਗੋਂ ਕੀ ਕੀਤਾ ਜਾਵੇ? 3 ਪਾਸੀ ਮੌਤ ਮੂੰਹ ਅੱਡੀ ਖੜੀ ਸੀ। ਸਿੰਘਾਂ ਸੋਚਿਆ ਕਿ ਲਖਪਤ ਨਾਲੋਂ ਪਹਾੜੀਆਂ ਨੂੰ ਜਿੱਤ ਲੈਣਾ ਸੌਖਾ ਹੈ, ਸੋ ਪਹਾੜੀਆਂ ਉੱਤੇ ਹੱਲਾ ਬੋਲ ਦਿੱਤਾ ਜਾਵੇ ਅਤੇ ਮਾਰ-ਮਾਰ ਪਿਛਾਂਹ ਹਟਾ ਕੇ ਇੱਕ ਪਹਾੜੀ ਉੱਤੇ ਵੀ ਕਬਜ਼ਾ ਕਰ ਲਿਆ। ਵੱਡੀ ਔਖੀ ਗੱਲ ਇਹ ਸੀ ਕਿ ਘੋੜਿਆਂ ਲਈ ਪਹਾੜ ਉੱਤੇ ਚੜ੍ਹਨਾ ਬਹੁਤ ਮੁਸ਼ਕਿਲ ਸੀ। ਹਥਿਆਰਾਂ ਨਾਲ ਘੋੜਿਆਂ ਲਈ ਪੌੜੇ ਬਣਾਉਂਦੇ, ਪੱਥਰ ਭੰਨ ਕੁੱਟ ਕੇ ਪਰਾਂ ਕਰਦੇ, ਘੋੜੇ ਫਿਰ ਵੀ ਨਾ ਚੜ੍ਹ ਸਕਣ। ਜੋ ਤਿਲਕਿਆ ਸਿੱਧਾ ਖੱਡ ਵਿੱਚ ਗਿਆ। ਕੇਵਲ ਪੈਦਲ ਆਦਮੀ ਹੀ ਚੜ੍ਹ ਸਕਦੇ ਸਨ। ਇਹ ਮਤਾ ਪਕਾਇਆ ਕਿ ਜੋ ਪੈਦਲ ਸਿੰਘ ਹਨ ਪਹਾੜਾਂ ਤੇ ਚੜ੍ਹਨ ਅਤੇ ਪਹਾੜੀਆਂ ਨੂੰ ਮਾਰ ਕੁੱਟ ਕੇ ਪਿਛਾਂਹ ਤੱਕਦੇ ਜਿਸ ਤਰ੍ਹਾਂ ਵੀ ਹੋ ਸਕੇ ਆਪਣੇ ਆਪ ਨੂੰ ਬਚਾ ਕੇ ਕਿਧਰੇ ਨਿਕਲ ਜਾਣ, ਅਤੇ ਜੋ ਸਵਾਰ ਹਨ ਉਹ ਪਹਾੜ ਦਿਆਂ ਪੈਰਾਂ ਲਾਗੇ ਡਟ ਕੇ ਖਲੋਣ ਅਤੇ ਜਿੰਨਾ ਚਿਰ ਪੈਦਲ ਸਿੰਘ ਪਹਾੜਾਂ ਤੇ ਨਹੀਂ ਚੜ੍ਹਦੇ ਮੁਗਲ ਫੌਜ ਨੂੰ ਪੈਦਲ ਸਿੰਘਾਂ ਵੱਲ ਨਾ ਵਧਣ ਦੇਣ। ਉਪਰੰਤ ਲੱਖੂ ਦੀ ਫੌਜ ਤੇ ਧਾਵਾ ਬੋਲ ਕੇ ਉਸ ਨੂੰ ਚੀਰ ਪਾੜ ਕੇ ਵਿੱਚ ਦੀ ਲੰਘ ਜਾਇਆ ਜਾਵੇ ਅਤੇ ਫਿਰ ਮਾਝੇ ਵੱਲ ਨਿਕਲ ਜਾਣ। ਲਾਹੌਰੀ ਫੌਜ ਨੂੰ ਪਿਛਾਂਹ ਧੱਕ ਕੇ ਪੈਦਲ ਤਾਂ ਪਹਾੜਾਂ ਤੇ ਚੜ੍ਹਾ ਦਿੱਤੇ, ਪਰ ਕਈ ਦਿਨਾਂ ਤੋਂ ਢਿੱਡੋਂ ਭੁੱਖਿਆਂ ਧਿਆਇਆਂ ਨੇ ਕੀ ਕਰ ਤੇ ਲੜ ਲੈਣਾ ਸੀ। ਇਹਨਾਂ ਤੋਂ ਪਹਾੜੀਏ ਜਿੱਤ ਨਾ ਜਾ ਸਕੇ, ਕਿਉਂਕਿ ਥੋੜਿਆਂ ਦੀ ਬਹੁਤਿਆਂ ਅੱਗੇ ਕੋਈ ਪੇਸ਼ ਨਾ ਜਾਵੇ। ਕੁਝ ਮਾਰੇ ਗਏ, ਕੁਝ ਫੜ ਲਏ ਗਏ ਜੋ ਪਿੱਛੋਂ ਲਾਹੌਰ ਭੇਜ ਦਿੱਤੇ ਗਏ। ਕੁਝ ਸਿੰਘ ਪਹਾੜੀਆਂ ਨੂੰ ਚੀਰ ਪਾੜ ਕੇ ਸੁੱਟ ਦਿੱਤੇ ਤੇ ਪਹਾੜੋਂ ਪਹਾੜੀ
ਹਜ਼ਾਰਾਂ ਮੁਸੀਬਤਾਂ ਝੱਲਦੇ ਹੋਏ ਕੀਰਤਪੁਰ ਜਾ ਇਕੱਠੇ ਹੋਏ ਅਤੇ ਮਹੀਨਿਆਂ ਪਿੱਛੋਂ ਸੂਪ ਅਤੇ ਕੱਢ ਕੇ ਸਿੰਘਾਂ ਵਿੱਚ ਜਾ ਰਲੇ। ਪੰਥ ਦੀ ਸ਼ਕਤੀ ਦੇ ਪ੍ਰਤੀਕ ਅਤੇ ਦਲ ਖਾਲਸਾ ਦੀ ਰੀੜ੍ਹ ਦੀ ਹੱਡੀ ਘੋੜਿਆਂ ਵਾਲੇ ਹੀ ਸਨ। ਪੈਦਲ ਸਿੰਘਾਂ ਨੂੰ ਪਹਾੜਾਂ ਤੇ ਚੜ੍ਹਾ ਕੇ ਹੁਣ ਉਹ ਲਖਪਤ ਰਾਏ ਦੀ ਫੌਜ ਸਾਹਮਣੇ ਹੋਏ ਇੱਕ ਬਾਹੀ ਤੇ ਜਾ ਪਏ। ਸ਼ਾਹੀ ਸੈਨਾ ਨੇ ਇਹਨਾਂ ਤੁੰਦ ਸ਼ੇਰਾਂ ਦਾ ਕੀ ਟਾਕਰਾ ਕਰ ਲੈਣਾ ਸੀ। ਹੁਰਲ ਹੋ ਗਈ ਅਤੇ ਮੋਰਚੇ ਤੇ ਸਿੰਘਾਂ ਦਾ ਕਬਜ਼ਾ ਕਰ ਲਿਆ। ਇਹ ਲੜਾਈ ਬਹੁਤ ਦੇਰ ਤੱਕ ਜਾਰੀ ਰੱਖਣਾ ਸਿੰਘਾਂ ਲਈ ਲਾਹੇਵੰਦ ਨਹੀਂ ਸੀ। ਗੁਰਮਤਾ ਇਹ ਹੋਇਆ ਕਿ ਸ਼ਾਹੀ ਸੈਨਾ ਨੂੰ ਮਾਰ ਕੱਟ ਕੇ ਵਿੱਚ ਦੀ ਲੰਘ ਜਾਇਆ ਜਾਵੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਭਰਪੂਰ ਹੱਲਾ। ਸਰਦਾਰ ਸੁੱਖਾ ਸਿੰਘ ਨੇ ਕਿਹਾ, ਸਿੰਘੋ, ਵੈਰੀ ਰਾਹ ਰੋਕੀ ਖੜਾ ਹੈ, ਇੱਕਾ ਇੱਕ ਕਰਨ ਅਤੇ ਤੁਲਿਆ ਹੋਇਆ ਹੈ। ਜਾਨਾਂ ਲੁਕਾਈਆਂ ਨਹੀਂ ਸਰਨਾ। ਧਾ ਕੇ ਵੈਰੀ ਦੇ ਗਲੇ ਪੈ ਜਾਈਏ। ਘੇਰੇ ਵਿੱਚ ਆ ਕੇ ਮਰਨ ਨਾਲੋਂ ਵੈਰੀ ਦੇ ਗਲ ਲੱਗ ਕੇ ਮਰੀਏ ਅਤੇ ਸਿੰਘਾਂ ਦੀ ਤੇਗ ਦੇ ਜੌਹਰਾਂ ਦੀ ਪਰਖ ਹੋ ਜਾਵੇ। ਛੋਟੇ ਭਰਾ ਜਸਪਤ ਰਾਏ ਅੱਗੇ ਸਿੰਘਾਂ ਨਾਲ ਲੜ ਕੇ ਸਵਾਦ ਵੇਖ ਲਿਆ। ਅੱਜ ਵੱਡੇ ਨੂੰ ਮਜ਼ਾ ਚਖਾ ਦਈਏ। ਇਹੋ ਜਿਹਾ ਵੇਲਾ ਫਿਰ ਹੱਥ ਨਹੀਂ ਆਉਣਾ। ਸੂਰਮਿਆਂ, ਆਓ ਮੇਰੇ ਮਗਰ ਆਓ, ਜਿਸ ਨੇ ਮਰਦਾਂ ਵਾਂਗ ਲੱਖੂ ਨਾਲ ਡਹਿ ਕੇ ਮਰਨਾ ਹੈ। ਇਹ ਲਲਕਾਰਾ ਸੁਣ ਕੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਛੱਡਦੇ ਹੋਏ ਸਿੰਘ ਵੈਰੀ ਉੱਤੇ ਟੁੱਟ ਪਏ। ਲੜਾਈ ਬੜੀ ਗਹਿ ਗੱਚ ਹੋਈ। ਸ਼ਾਹੀ ਸੈਨਾ ਸਿੰਘਾਂ ਅੱਗੇ ਸੰਭਲ ਨਾ ਸਕੀ। ਮਾਰੋ ਮਾਰ ਕਰਦੇ ਹੋਏ ਉਹ ਸੈਨਾ ਅੰਦਰ ਦੂਰ ਤੱਕ ਘੁਸ ਗਏ। ਲਖਪਤ ਰਾਏ ਜੰਬੂਰਿਆਂ ਅਤੇ ਤੋਪਾਂ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ। ਸਿੰਘਾਂ ਦਾ ਕਹਿਰੀ ਹੱਲਾ ਵੇਖ ਕੇ ਲਖਪਤ ਰਾਏ ਹਾਥੀ ਤੋਂ ਉਤਰ ਕੇ ਘੋੜੇ ਤੇ ਸਵਾਰ ਹੋ ਕੇ ਜਾ ਬੈਠਾ ਅਤੇ ਜਾਨ ਬਚਾਉਣ ਲਈ ਨੱਸਣ ਦੀ ਸੋਚਣ ਲੱਗਾ। ਵਧੀ ਦਾ ਢੋਹ ਇੱਕ ਪਲ ਭਰ ਦਾ ਫਰਕ ਪਿਆ ਕਿ ਐਨ ਉਸੇ ਵੇਲੇ ਸਰਦਾਰ ਸੁੱਖਾ ਸਿੰਘ ਦੀ ਲੱਤ ਤੇ ਜੰਬੂਰੇ ਦਾ ਗੋਲਾ ਆ ਵੱਜਾ, ਜਿਸ ਨੇ ਪੱਟ ਦੀ ਹੱਡੀ ਤੋੜ ਦਿੱਤੀ। ਸੂਰਮੇ ਨੇ ਲੱਤ ਹੰਨੇ ਨਾਲ ਬੰਨ੍ਹ ਲਈ ਅਤੇ ਮਾਰੂ ਸੱਟ ਦਾ ਖਿਆਲ ਨਾ ਕਰਦਾ ਹੋਇਆ ਪਹਿਲਾਂ ਵਾਂਗ ਹੀ ਲੜਦਾ ਰਿਹਾ। ਜੋ ਮੂਹਰੇ ਆਇਆ ਪਾੜ ਕੇ ਦੋ ਕਰ ਦਿੱਤਾ, ਪਰ ਉਹ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਕਿਆ। ਇਹ ਪਾਸਾ ਦਵਿੰਦਾ ਅਤੇ ਲਖਪਤ ਰਾਏ ਦੀ ਜਾਨ ਨੂੰ ਖਤਰੇ ਵੇਖ ਕੇ ਉਸ ਦਾ ਪੁੱਤਰ ਹਰਭੱਜ ਰਾਏ, ਯਹੀਆ ਖਾਨ ਦਾ ਪੁੱਤਰ ਨਾਹਰ ਖਾਂ ਅਤੇ ਹੋਰ ਕਈ ਜਰਨੈਲ ਆ ਗਏ। ਉਧਰ ਸਰਦਾਰ ਸੁੱਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਕਈ ਸਰਦਾਰ ਆ ਗਏ। ਬੜੀ ਖੂਨ ਵੀਟਵੀਂ ਲੜਾਈ ਹੋਈ। ਇਸ ਅਸਾਵੀਂ ਲੜਾਈ ਵਿੱਚ ਸਿੱਖਾਂ ਨਾਲੋਂ ਲਖਪਤ ਰਾਏ ਦਾ ਕਈ ਗੁਣਾ ਜ਼ਿਆਦਾ ਨੁਕਸਾਨ ਹੋਇਆ। ਉਸ ਦਾ ਪੁੱਤਰ ਹਰਭੱਜ ਰਾਏ, ਸੂਬੇਦਾਰ ਯਹੀਆ ਖਾਨ ਦਾ ਪੁੱਤਰ ਨਾਹਰ ਖਾਂ, ਕਰਮ ਬਖਸ਼ ਫੌਜਦਾਰ ਰਸੂਲ ਨਗਰੀਆ ਅਤੇ ਮਖਮੂਰ ਖਾਨ ਆਦਿ ਸਮੇਤ ਕਈ ਸ਼ਾਹੀ ਸੈਨਾ ਦੇ ਉੱਘੇ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ। ਸਿੰਘ ਘੇਰਾ ਤੋੜ ਕੇ ਨਿਕਲ ਗਏ। ਵੰਜੀ ਉੱਚੀਆਂ ਚੜ੍ਹਦੀਆਂ ਆਉਂਦੀਆਂ ਛੱਲਾਂ ਵਾਂਗ ਜੋਸ਼ ਵਿੱਚ ਵਧੀਆਂ ਆ ਰਹੀਆਂ ਫੌਜਾਂ ਵਿੱਚ ਸਿੰਘਾਂ ਨੇ ਭਗਦੜ ਮਚਾ ਦਿੱਤੀ। ਵੈਰੀ ਨੂੰ ਚੀਰ ਕੇ ਸਿੰਘ ਅੱਗੇ ਨਿਕਲ ਗਏ। ਸਾਰਾ ਮੈਦਾਨ ਘਾਇਲਾਂ ਅਤੇ ਮ੍ਰਿਤਕਾਂ ਨਾਲ ਅਟ ਗਿਆ, ਪਰ ਲਖਪਤ ਰਾਏ ਸਿੰਘਾਂ ਦੇ ਅੜਿੱਕੇ ਨਾ ਆਇਆ ਅਤੇ ਬਚ ਗਿਆ। ਇਹ ਘਟਨਾ 2 ਜੇਠ 1803 ਬਿਕਰਮੀ ਭਾਵ 2 ਜੂਨ 1746 ਸਿੰਘਾਂ ਨੂੰ ਆਪਣੇ ਘੱਤੇ ਹੋਏ ਘੇਰੇ ਚੋਂ ਨਿਕਲ ਗਏ ਵੈਰੀ ਵੇਖ ਕੇ ਵੈਰੀ ਦਾ ਹੌਸਲਾ ਢਹਿ ਗਿਆ। ਥੋੜ੍ਹੀ ਦੂਰ ਅੱਗੇ ਜਾ ਕੇ ਸਿੰਘਾਂ ਵੀ ਜੰਗਲ ਵਿੱਚ ਡੇਰੇ ਲਾ ਲਏ। ਵੈਰੀ ਫੌਜ ਅਤੇ ਸਿੰਘਾਂ ਦਾ ਸਭ ਖੂਨ। ਲਖਪਤ ਰਾਏ ਦੀ ਫੌਜ, ਜੋ ਸਾਰਾ ਦਿਨ ਡਾਢੇ ਵੈਰੀ ਨਾਲ ਜੂਝਦੀ ਰਹਿ ਕੇ ਥੱਕੀ ਪਈ ਸੀ, ਨੇ ਉੱਥੇ ਹੀ ਡੇਰੇ ਜਮਾ ਲਏ। ਪਰ ਦੂਜੇ ਪਾਸੇ ਸਿੰਘਾਂ ਨੂੰ ਆਰਾਮ ਕਿੱਥੇ। ਰਾਤ ਨੂੰ ਅਗਲੇ ਕਦਮ ਲਈ ਸਿੰਘ ਇਕੱਠੇ ਹੋਏ। ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਨੂੰ ਕਿਹਾ, ਸੂਰਮਿਓ, ਕਲਗੀਧਰ ਪਾਤਸ਼ਾਹ ਨੇ ਮਿਹਰ ਕੀਤੀ, ਤੁਸੀਂ ਤੇਗਾਂ ਨਾਲ ਰਸਤਾ ਬਣਾ ਕੇ ਵੈਰੀ ਫੌਜ ਵਿੱਚ ਹੀ ਸੁਰਖਰੂ ਨਿਕਲ ਆਏ ਹੋ। ਵਾਹਿਗੁਰੂ ਦਾ ਕੋਟ-ਕੋਟ ਧੰਨਵਾਦ। ਅੱਜ ਨਿਕਲੇ ਹਾਂ, ਪਰ ਭਲਕੇ ਉਹ ਫੇਰ ਸਾਡੇ ਮਗਰ ਚੜੂ। ਸਾਡਾ ਪੰਧ ਅਜੇ ਦੁਰੇਡਾ ਹੈ। ਆਪਣੀ ਮੰਜ਼ਿਲ ਤੇ ਅਪੜਨ ਵਾਸਤੇ ਸਾਨੂੰ ਘੋੜਿਆਂ, ਸ਼ਸਤਰਾਂ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਲੋੜ ਹੈ। ਜਰਾ ਸੋਚੋ, ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ? ਬਸ ਪੰਥ ਦੇ ਉਸੇ ਵੈਰੀ ਲੱਖੂ ਕੋਲੋਂ, ਅਤੇ ਉਹ ਐਸ ਵੇਲੇ ਸਾਥੋਂ ਕੋਈ ਬਹੁਤੀ ਦੂਰ ਵੀ ਨਹੀਂ। ਸਾਨੂੰ ਨੱਸ ਗਏ ਸਮਝ ਕੇ ਵੈਰੀ ਜਿੱਤ ਦੀ ਮਸਤੀ ਵਿੱਚ ਬੜੀ ਬੇਫਿਕਰੀ ਨਾਲ ਸੁੱਤਾ ਪਿਆ ਹੈ। ਇਹ ਵੇਲਾ ਹੈ ਸਾਡੀ ਸਫਲਤਾ ਦਾ। ਗਾਫਲ ਹੋ ਕੇ ਸੁੱਤੇ ਪਏ ਵੈਰੀ ਉੱਤੇ ਹੱਲਾ ਕਰਕੇ ਮਨਮਰਜ਼ੀ ਦਾ ਸਮਾਨ ਲੈ ਆਵੋ। ਜਰਾ ਵਿਚਾਰੋ ਉਹਨਾਂ ਜੁਝਾਰੂ ਸੂਰਮਿਆਂ ਦਾ ਹੌਸਲਾ।
ਅਖੇ ਤਾਂ ਵੈਰੀ ਦੇ ਨਗਰੇ ਚੋਂ ਨਿਕਲਣ ਦਾ ਰਾਹ ਕੋਈ ਨਹੀਂ ਲੱਭਦਾ, ਤੇ ਜੇ ਸਿਰ ਤਲੀਆਂ ਤੇ ਰੱਖ ਮਰ ਮਰਾ ਕੇ ਬਾਹਰ ਨਿਕਲ ਹੀ ਗਏ ਹਨ ਤਾਂ ਫਿਰ ਜਾਨ ਦੀ ਬਾਜੀ ਲਾ ਕੇ ਵੈਰੀ ਉੱਤੇ ਚੋਟ ਮਾਰਨ ਦੀ ਧਾਰ ਲਈ ਹੈ। ਗੁਰਮਤਾ ਸੋਧਿਆ ਗਿਆ। ਸਰਦਾਰ ਸੁਖਾ ਸਿੰਘ ਉਸੇ ਹੀ ਹਾਲਤ ਵਿੱਚ ਹਮਲੇ ਦੀ ਅਗਵਾਈ ਲਈ ਅੱਗੇ ਹੋ ਤੁਰਿਆ। ਸ਼ਾਹੀ ਸੈਨਾ ਬੇਫਿਕਰ ਹੋ ਕੇ ਸੁੱਤੀ ਪਈ ਸੀ। ਸਿੰਘਾਂ ਸ਼ਹਿ ਪਾਸ ਅੱਪੜ ਕੇ ਬੜੀ ਤੇਜ਼ੀ ਨਾਲ ਹਮਲਾ ਕੀਤਾ। ਸਿਰ ਹੀ ਨਾ ਪੁੱਟਣ ਦਿੱਤਾ। ਜੋ ਕਾਬੂ ਆਏ ਤਲਵਾਰ ਦੀ ਧਾਰ ਲੰਘਾਈ ਅਤੇ ਜੋ ਕੁਝ ਹੱਥ ਲੱਗਾ ਸਮੇਟ ਕੇ ਜਿੱਧਰੋਂ ਆਏ ਸਨ ਉੱਧਰ ਚੱਲਦੇ ਬਣੇ। ਸੋ ਅੱਜ ਇੱਥੇ ਹੀ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਖਤਮ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।